श्री वाहिगुरु साहिब जीओ। एक ओंकार सतनाम करता पुरख निर्भव निर्वैर अकाल मूरत अजूनी सैभं गुर प्रसाद। जप आद सच जुगाद सच है भी सच नानक होसी भी सच। निर्गुण यार आन्या सो प्रभ सदा समान। जिन किया तिस चीत रख नानक निभही नाल। जिन किया तिस चीत रख नानक निभही नाल। जेता जियो पिंड सब तेरा तू अंतर जामी पुरख भगवान। दासन दास कहाय जन नानक जिहा तू कराहे तिहा हाँ करी वखियान। दासन दास कहाय जन नानक जिहा तू कराहे तिहा हाँ करी वखियान। सतनाम श्री वाहिगुरु साहिब जीओ। सोही महला पंजवा। क्या गुण तेरे सार समाली मोहे निर्गुण के दातारे। बै खरीद क्या करे चतराई इहो जियो पिंड सब थारे। क्या गुण तेरे सार समाली मोह निर्गुण के दातारे। बै खरीद क्या करे चतराई इहो जियो पिंड सब थारे। लाल रंगीले प्रीतम मन मोहन तेरे दर्शन को हम बारे। रहाओ प्रभ दाता मोहे दीन भिखारी तुम सदा सदा उपकारे। सो किछ नाही जे मैं ते होवै मेरे ठाकुर अगम अपारे। क्या सेव कमावो क्या कह रीझावो विद कित पावो दरसारे। मित नहीं पाइए अंत न लहिए मन तरसै चरनारे। पावो दान ढीठ होए मांगो मुख लागै संत रे नारे। जन नानक कहो गुर कृपा धारी प्रभ हाथ दे निस्तारे। पावो दान ढीठ होए मांगो मुख लागै संत रे नारे। जन नानक कहो गुर कृपा धारी प्रभ हाथ दे निस्तारे। वाहिगुरु जी का खालसा
ਵਾਹਿਗੁਰੂ ਜੀ ਕੀ ਫਤਿਹ। ਬਹੁਤ ਹੀ ਮਾਲਕ ਦੀ ਬਖਸ਼ਿਸ਼ ਹੋਈ ਹੈ, ਜਿਨ੍ਹਾਂ ਦੇ ਸਦਕਾ ਆਪਾਂ ਸਾਰੇ ਹੀ ਗੁਰੂ ਮਹਾਰਾਜ ਜੀ ਦੇ ਚਰਨਾਂ ਵਿੱਚ ਜੁੜ ਬੈਠੇ ਹਾਂ। ਖਿਆਲ ਕਰਿਓ, ਇਹ ਮਾਲਕ ਦੀ ਵਡਿਆਈ ਹੈ। ਜਦੋਂ ਮਾਲਕ ਆਪਣੇ ਤੇ ਖੁਸ਼ ਹੁੰਦੇ ਨੇ, ਐਸੇ ਆਪਣੇ ਕੋਈ ਕਰਮ ਮੂਹਰੇ ਹੁੰਦੇ ਨੇ ਜਿਹਦੇ ਰਾਹੀਂ ਮਾਲਕ ਆਪਾਂ ਨੂੰ ਪਸੰਦ ਕਰਦੇ ਨੇ, ਚਾਹੁੰਦੇ ਨੇ, ਕਿਰਪਾ ਕਰਦੇ ਨੇ। ਸਮਝੋ ਉਸ ਵੇਲੇ ਬੰਦਾ ਫਿਰ ਕੁਰਬਾਨੀ ਵੱਲ ਖਿੱਚਿਆ ਆਉਂਦਾ ਹੈ, ਗੁਰੂ ਦੇ ਘਰ ਵੱਲ ਖਿੱਚਿਆ ਆਉਂਦਾ ਹੈ। ਜਦੋਂ ਬੰਦਾ ਗੁਰੂ ਘਰ ਵਿੱਚ ਆ ਕੇ ਬੈਠ ਜੇ ਤੇ ਸਮਝਣਾ ਕਿ ਮਾਲਕ ਨੇ ਸਾਡੇ ਤੇ ਬਖਸ਼ਿਸ਼ ਕਰਤੀ, ਕਿਰਪਾ ਕਰਤੀ। ਨਹੀਂ ਤਾਂ ਕੁਝ ਸਿੰਘ ਗੁਰਦੁਆਰੇ ਆਉਣ ਤੋਂ ਬਾਵਜੂਦ ਵੀ ਪਹਿਲਾਂ ਲੰਗਰ ਦਾ ਧਿਆਨ ਹੁੰਦਾ ਹੈ, ਫਿਰ ਉੱਥੇ ਬੈਠ ਕੇ ਗੱਲਾਂ ਕਰਦੇ ਹੁੰਦੇ ਨੇ। ਐਸਾ ਹੀ ਟਾਈਮ ਨੀਚੇ ਬਤੀਤ ਕਰਕੇ ਬਾਹਰ ਚਲੇ ਜਾਂਦੇ ਨੇ। ਐ ਗੁਰਸਿੱਖੋ, ਸਤਿਗੁਰ ਨੂੰ ਸਭ ਕੋ ਵੇਖਦਾ ਜੇਤਾ ਜਗਤ ਸੰਸਾਰ, ਡਿਠੈ ਮੁਕਤ ਨਾ ਹੋਵਈ ਜਿਚਰ ਸ਼ਬਦ ਨਾ ਕਰੇ ਵਿਚਾਰ। ਕਹਿੰਦੇ ਸਭ ਤੋਂ ਵੱਡੀ ਗੁਰੂ ਘਰ ਦੀ ਸੇਵਾ ਪਤਾ ਕੀ ਹੈ ਜੀ? ਕਹਿੰਦੇ ਗੁਰ ਕੀ ਸੇਵਾ ਸ਼ਬਦ ਵਿਚਾਰ, ਸਭ ਤੋਂ ਵੱਡੀ ਸੇਵਾ ਹੈ। ਜਿਹੜਾ ਮਨ ਗੁਰਦੁਆਰੇ ਆਵੇ ਤੇ ਬਾਣੀ ਦੀ ਵਿਚਾਰ ਹਿਰਦੇ 'ਚ ਨਾ ਵਸਾਵੇ ਤੇ ਸਮਝਣਾ ਸਾਡੇ ਮਨ ਨੇ ਬਾਣੀ ਦੀ ਵਿਚਾਰ ਨਹੀਂ ਕੀਤੀ, ਤੇ ਹੁਣ ਜੋ ਵੀ ਇਹ ਕਰੇਗਾ ਆਪਣੀ ਮਨਮਰਜ਼ੀ ਕਰੇਗਾ। ਯਾਨੀ ਜੋ ਬਾਣੀ ਨੇ ਸਮਝਾਉਣਾ ਸੀ ਨਾ ਘੱਟ ਬੈਠੇ ਰੱਬ ਬਾਰੇ, ਉਹ ਗੁਰ, ਉਹ ਜੁਗਤ, ਉਹ ਸਮਝ, ਉਹ ਸੋਝੀ ਬੰਦੇ ਨੇ ਲਈ ਨਹੀਂ, ਪ੍ਰਾਪਤ ਨਹੀਂ ਕੀਤੀ, ਜੋ ਬਾਣੀ ਰਾਹੀਂ ਦੱਸਣਾ ਹੈ ਮਹਾਰਾਜ ਨੇ। ਕਹਿੰਦੇ ਸਭ ਤੋਂ ਉੱਚੀ ਜਿਹੜੀ ਅਵਸਥਾ ਹੈ, ਕਹਿੰਦੇ ਸਭ ਤੇ ਉੱਤਮ ਹਰ ਕੀ ਕਥਾ, ਇਹ ਸਭ ਤੋਂ ਉੱਚੀ ਕਥਾ ਹੈ। ਕਹਿੰਦੇ ਜੀਵਨ ਵਿੱਚ ਕੀਰਤਨ ਸੁਣਨਾ, ਬਾਣੀ ਪੜ੍ਹਨਾ ਠੀਕ ਹੈ, ਕਲਯੁਗ ਮੈਂ ਕੀਰਤਨ ਪ੍ਰਧਾਨਾ, ਪਰ ਕਹਿੰਦੇ ਸਭ ਨਾਲੋਂ ਉੱਚੀ ਅਵਸਥਾ ਬਾਣੀ ਦੀ ਵਿਚਾਰ, ਆਪਣੇ ਮਨ ਨੂੰ ਸੁਣਾਉਣੀ। ਭਾਈ ਆਪਣੇ ਮਨ ਨੇ ਫਿਰ ਤਾਂ ਬਦਲਣਾ, ਨਹੀਂ ਤਾਂ ਆਪਣਾ ਮਨ ਆਪਾਂ ਰੋਜ਼ ਕਹਿੰਦੇ ਹੁੰਦੇ ਆ ਕਿ ਬਾਣੀ ਪੜ੍ਹਦਾ ਜੀ, ਲੱਗਦਾ ਨਹੀਂ ਹੈ, ਸਿਮਰਨ ਕਰਦਾ ਤੇ ਜੁੜਦਾ ਨਹੀਂ ਹੈ, ਹੈ ਆਏ ਮਨ ਫਿਰ ਟਿਕਦਾ ਨਹੀਂ ਹੈ। ਮਨ ਬਸ ਆਵੇ ਨਾਨਕਾ ਜਿਸ ਪੂਰਨ ਕਿਰਪਾ ਹੋਏ। ਸੋ ਜੀਵਨ ਵਿੱਚ ਪੂਰਨ ਕਿਰਪਾ ਕਦੋਂ ਹੁੰਦੀ ਹੈ ਜੀ? ਕੇਵਲ ਗੁਰਦੁਆਰੇ ਆ ਕੇ ਬੈਠ ਕੇ ਬਿਨਾਂ ਵਿਚਾਰੇ ਬਾਣੀ ਪੜ੍ਹ ਕੇ ਲੰਗਰ ਛਕ ਕੇ ਘਰ ਜਾਣ ਨੂੰ ਆਪਾਂ ਹਾਲੇ ਕਿਰਪਾ ਕਹਿ ਰਹੇ ਹਾਂ। ਠੀਕ ਹੈ, ਇਹ ਬਹੁਤ ਅੱਛੀ ਅਵਸਥਾ ਹੈ, ਬਹੁਤਿਆਂ ਨਾਲੋਂ ਚੰਗੇ ਆ, ਪਰ ਹਾਲੇ ਮੰਜ਼ਿਲ ਤੱਕ ਨਹੀਂ ਪਹੁੰਚੇ। ਸੋ ਸੱਚੇ ਪਾਤਸ਼ਾਹ ਕਹਿੰਦੇ ਮੰਜ਼ਿਲ ਪਤਾ ਕੀ ਹੈ? ਆਪਣੇ ਹੀ ਸਰੀਰ ਦੇ ਵਿੱਚ ਵਸਦੇ ਹੋਏ ਰੱਬ ਨਾਲ ਵਸਣਾ। ਭਾਈ ਆਖੋ ਸਤਿਨਾਮ। ਆਪਣੀ ਮੰਜ਼ਿਲ ਇਹ ਮੰਜ਼ਿਲ ਹੈ, ਆਪਣੇ ਵਿੱਚ ਰੱਬ ਦੇ ਦਰਸ਼ਨ ਪਾਉਣੇ ਤੇ ਉਸ ਰੱਬ ਨੂੰ ਸਭ ਦੇ ਵਿੱਚ ਦਰਸ਼ਨ ਪਾਉਣੇ, ਸਭ ਦੇ ਵਿੱਚ ਦੇਖਣਾ। ਐਸੀ ਅਵਸਥਾ ਦਾ ਸ਼ਬਦ ਆਪਾਂ ਨੇ ਪਿੱਛੇ ਵਿਚਾਰ ਕਰਕੇ ਆਏ ਸੀ। ਆਓ ਹੁਣ ਵੀ ਫੇਰ ਮਹਾਰਾਜ ਦੇ ਸ਼ਬਦ ਦੀ ਵਿਚਾਰ ਕਰਾਂਗੇ, ਮਾਲਕ ਦੇ ਸ਼ਬਦਾਂ ਦੇ ਦੁਆਰਾ, ਜਿੱਥੇ ਮਹਾਰਾਜ ਕਹਿੰਦੇ ਹਨ ਭਾਈ ਜਹ ਦੇਖਾਂ ਤਹ ਪਿਰ ਹੈ ਭਾਈ, ਖੋਲਿਓ ਕਪਾਟ ਤਾਂ ਮਨ ਠਹਿਰਾਈ। ਇਹ ਮਨ ਤਾਂ ਟਿਕਦਾ ਜੇ ਕਪਾਟ ਮਨ ਦੇ ਖੁੱਲ੍ਹ ਜਾਣਾ। ਆਖੋ ਸਤਿਨਾਮ। ਜਿਸ ਬੰਦੇ ਦਾ ਮਨ ਦਾ ਕਪਾਟ ਨਹੀਂ ਨਾ ਖੁੱਲ੍ਹਦਾ, ਆਪਣੇ ਅੰਦਰ ਕਈ ਕੋਠੜੀਆਂ ਨੇ, ਅਨਕ ਕੋਠਰੀਆਂ ਭਿੰਨ 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 ਕਰੀਆਂ, ਕਿੰਨੀ ਫੈਕਲਟੀਜ਼ ਨੇ ਆਪਣੇ ਵਿੱਚ। ਦੇਖੋ ਸਾਰੇ ਦੁਨੀਆ ਦਾ ਖਿਆਲ ਆਪਣੇ ਅੰਦਰ ਵਸਦਾ, ਜੇਤੀ ਹੈ ਤੇਤੀ ਤੁਧ ਅੰਦਰ, ਪਰ ਰੱਬ ਦਾ ਘਰ ਅੰਦਰ ਹੁੰਦਿਆਂ ਹੋਇਆਂ ਸਾਡਾ ਮਨ ਉਸ ਕਵਾੜ ਵੱਲ ਜਾਂਦਾ ਨਹੀਂ ਹੈ, ਸੁਰਤ ਨਹੀਂ ਜਾਂਦੀ ਉਧਰ। ਸੱਚੇ ਪਾਤਸ਼ਾਹ ਕਹਿੰਦੇ ਜਿਸ ਵੇਲੇ ਸ਼ਬਦ ਰਾਹੀਂ, ਬਾਣੀ ਦੇ ਸ਼ਬਦ ਰਾਹੀਂ ਸੁਰਤ ਜਾਂਦੀ ਹੈ, ਚੱਲਦੀ ਹੈ, ਸੁਰਤ ਸ਼ਬਦ ਭਵ ਸਾਗਰ ਤਰੀਐ, ਨਾਨਕ ਨਾਮ ਬਖਾਨੈ। ਨਹੀਂ ਤਾਂ ਬਾਣੀ ਫਰਮਾਨ ਕਰਦੀ ਹੈ, ਸਾਕਤ ਨਰ ਸ਼ਬਦ ਸੁਰਤ ਕਿਉਂ ਪਾਈਐ।
ਸ਼ਬਦ ਸੁਰਤ ਬਿਨ ਆਈਐ ਜਾਈਐ। ਸ਼ਬਦ ਵਿੱਚ ਸੁਰਤ ਜੋੜਨੀ, ਇਹਦਾ ਭਾਵ ਇਹ ਹੈ ਕਿ ਜਿਵੇਂ ਆਪਾਂ ਘਰ ਦੀ ਸੁਰਤ ਰੱਖਦੇ ਹਾਂ, ਕਿੰਨਾ ਸਾਫ਼ ਰਹਿੰਦਾ ਘਰ। ਬੱਚਿਆਂ ਦੀ ਸੁਰਤ ਰੱਖਦੇ ਹਾਂ ਕਿ ਬੱਚਿਆਂ ਨੇ ਬੈਗ 'ਚ ਕਿਤਾਬਾਂ ਪਾਈਆਂ ਕਿ ਨਹੀਂ ਪਾਈਆਂ, ਤਿਆਰ ਹੋਏ, ਕੱਪੜੇ ਧੁਲੇ ਕਿ ਨਹੀਂ ਧੁਲੇ, ਪ੍ਰਸ਼ਾਦਾ ਬਣਿਆ ਕਿ ਨਹੀਂ ਬਣਿਆ, ਕਿਵੇਂ ਸੁਰਤ ਰੱਖਦੇ ਹਾਂ। ਐਂ ਸ਼ਬਦ ਦੀ ਸੁਰਤ ਰੱਖਣੀ। ਜੋ ਬਾਣੀ ਦੇ ਸ਼ਬਦ ਬੋਲੇ ਤੇ ਸੁਰਤ ਰੱਖਿਆ, ਫਿਰ ਸ਼ਬਦ ਦਾ ਗੁਰ ਸਮਝ ਆਉਂਦਾ। ਸ਼ਬਦ ਦੀ ਸੋਝੀ ਅੰਦਰ ਟਿਕਦੀ ਹੈ, ਜਿਹਦੇ ਨਾਲ ਮਨ ਰੂਪੀ ਮੈਲ ਉਤਰਦੀ ਹੈ। ਮਹਾਰਾਜ ਕਹਿੰਦੇ ਭਾਈ ਇਸ ਮੈਲ ਨੂੰ ਧੋਣ ਵਾਸਤੇ ਜੋ ਜਨਮਾਂ ਜਨਮਾਂਤਰਾਂ ਤੋਂ ਲੱਗੀ ਹੋਈ ਹੈ, ਜਨਮ ਜਨਮ ਕੀ ਇਸ ਮਨ ਕੋ ਮਲ ਲਾਗੀ, ਕਾਲਾ ਹੁਆ ਸ਼ਿਆ। ਐਸੀ ਅਵਸਥਾ ਕਹਿੰਦੇ ਗੁਰਬਾਣੀ ਸੁਣ ਮੈਲ ਗਵਾਏ। ਰੋਜ਼ ਗੁਰਬਾਣੀ ਸੁਣਨੀ। ਸੁਣਨੀ ਦਾ ਅਰਥ ਹੈ ਸਮਝਣੀ। ਤੁਸੀਂ ਦੇਖੋ ਸੁਣਨ ਦੇ ਨਾਲ ਸਮਝ ਜੁੜੀ ਹੋਈ ਹੈ ਤੇ ਮੰਨਣ ਦੇ ਨਾਲ ਕਰਨਾ ਜੁੜਿਆ ਹੋਇਆ ਹੈ। ਜਿਹੜਾ ਬੱਚਾ ਨਾ ਸਮਝੇ ਤੇ ਅਸੀਂ ਕਹਿੰਦੇ ਉਹਨੇ ਸੁਣਿਆ ਨਹੀਂ ਹੈ। ਤੇ ਜਿਵੇਂ ਕੋਈ ਬੰਦਾ ਗੱਲ ਕਰੇ ਤੇ ਅਸੀਂ ਕਹਿੰਦੇ ਜੀ ਜੇ ਨਾ ਸਮਝ ਆਈ ਫਿਰ ਸੁਣਾਓ। ਕਹਿੰਦੇ ਤੁਸੀਂ ਸੁਣਿਆ ਨਹੀਂ। ਕਹਿੰਦੇ ਸੁਣਿਆ ਤਾਂ ਹੈ, ਸਮਝ ਨਹੀਂ ਆਈ। ਤੇ ਜਦੋਂ ਤੱਕ ਸਮਝ ਨਾ ਆਵੇ ਬੰਦਾ ਫਿਰ ਮੰਨ ਨਹੀਂ ਸਕਦਾ। ਸੋ ਸੱਚੇ ਪਾਤਸ਼ਾਹ ਕਹਿੰਦੇ ਭਾਈ ਸੁਣਨ ਦੇ ਨਾਲ ਸਮਝ ਨੂੰ ਜੋੜਨਾ ਤੇ ਮੰਨਣ ਦੇ ਨਾਲ ਕਰਨ ਨੂੰ ਜੋੜਨਾ। ਮਹਾਰਾਜ ਕਹਿੰਦੇ ਜਿੰਨੀ ਸੁਣ ਕੇ ਮੰਨਿਆ ਤਿੰਨਾ ਨਿਜ ਘਰ ਵਾਸ। ਜਦੋਂ ਬੱਚਾ ਸੁਣ ਲਵੇ, ਸਮਝ ਆ ਜੇ ਤੇ ਫਿਰ ਕਰੇ ਨਾ, ਅਸੀਂ ਕਹਿੰਦੇ ਜੀ ਮੇਰੀ ਗੱਲ ਮੰਨਦਾ ਨਹੀਂ ਹੈ, ਇਹਨੇ ਮੇਰੀ ਗੱਲ ਮੰਨੀ ਨਹੀਂ ਹੈ। ਸੋ ਮੰਨਣ ਦਾ ਅਰਥ ਹੈ ਕਿ ਕੀਤਾ ਨਹੀਂ ਹੈ ਉਹਨੇ। ਜੋ ਸੁਣਿਆ ਸੀ ਸਮਝ ਆ ਗਿਆ ਪਰ ਕੀਤਾ ਨਹੀਂ ਹੈ। ਸੋ ਕਰਨ ਨੂੰ ਮੰਨਣਾ ਜਾਣਨਾ। ਸੋ ਸੱਚੇ ਪਾਤਸ਼ਾਹ ਕਹਿੰਦੇ ਹਨ ਭਾਈ ਜੋ ਮੇਰੇ ਗੁਰੂ ਗੱਲ ਸੁਣਾਉਣ, ਸਿੱਖ ਨੇ ਸੁਣਨਾ ਉਹਦਾ ਅਰਥ ਹੈ ਸਮਝਣਾ, ਸਿੱਖ ਨੇ ਮੰਨਣਾ ਉਹਦਾ ਅਰਥ ਹੈ ਕਰਨਾ। ਆਖੋ ਸਤਨਾਮ। ਕਰਨਾ। ਸੋ ਆਓ ਪੰਚਮ ਪਾਤਸ਼ਾਹ ਦਾ ਸ਼ਬਦ ਆਰੰਭ ਹੋ ਰਿਹਾ ਹੈ। ਲੜੀਵਾਰ ਵਿਚਾਰ ਇਸ ਪਾਵਨ ਪਵਿੱਤਰ ਦਰਬਾਰ ਦੇ ਵਿੱਚ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦੀ ਸੂਹੀ ਰਾਗ ਦੇ ਵਿੱਚ ਪਹੁੰਚੀ ਹੈ। ਪਿੱਛੇ ਆਪਾਂ ਪੰਜ ਸ਼ਬਦ ਕਰ ਚੁੱਕੇ ਹਾਂ ਸੂਹੀ ਰਾਗ ਦੇ ਪੰਚਮ ਪਾਤਸ਼ਾਹ ਦੇ ਦੂਸਰੇ ਘਰ ਵਿੱਚ। ਸੋ ਆਓ ਅੱਜ ਗੁਰੂ ਮਹਾਰਾਜ ਜੀ ਦਾ ਇਹ 6ਵਾਂ ਸ਼ਬਦ ਹੈ। ਦੇਖੀਏ ਸੱਚੇ ਪਾਤਸ਼ਾਹ ਸਾਨੂੰ ਕੀ ਉਪਦੇਸ਼ ਦਿੰਦੇ ਹਨ। ਨਾਲ ਦੀ ਨਾਲ ਅੱਜ ਇਸ ਗੱਲ ਨੂੰ ਵੀ ਵਿਚਾਰਾਂਗੇ ਕਿ ਅੱਜ ਮੀਰੀ ਪੀਰੀ ਦਿਵਸ ਹੈ 6ਵੇਂ ਪਾਤਸ਼ਾਹ ਦਾ, ਤੇ ਨਾਲ ਦੀ ਨਾਲ ਗੁਰਤਾ ਗੱਦੀ 6ਵੇਂ ਪਾਤਸ਼ਾਹ ਜੀ ਨੂੰ ਅੱਜ ਬਖਸ਼ਿਸ਼ ਹੋਈ, ਤੇ ਨਾਲ ਦੀ ਨਾਲ ਭਾਈ ਸਾਹਿਬ ਭਾਈ ਮਨੀ ਸਿੰਘ ਜੀ ਦਾ ਸ਼ਹੀਦੀ ਪੁਰਬ ਵੀ ਹੈ। ਗੁਰੂ ਮਹਾਰਾਜ ਜੀ ਦੇ ਇਹ ਦੋਨਾਂ ਦਿਵਸਾਂ ਨੂੰ ਮਾਲਕ ਦੇ ਤੇ ਉਹਨਾਂ ਦੇ ਸੇਵਕਾਂ ਦਾ ਆਪਾਂ ਨਾਲ ਦੀ ਨਾਲ ਥੋੜ੍ਹਾ ਜਿਹਾ ਵਿਚਾਰ ਕਰਕੇ ਚੱਲਾਂਗੇ। ਤੇ ਸ਼ਬਦ ਦੀ ਆਰੰਭਤਾ ਇੱਥੋਂ ਆਰੰਭ ਹੋ ਰਹੀ ਹੈ। ਸੋਹੀ ਮਹੱਲਾ ਪੰਜਵਾਂ। ਪੰਚਮ ਪਾਤਸ਼ਾਹ ਦਾ ਸ਼ਬਦ ਹੈ। ਕਿਆ ਗੁਣ ਤੇਰੇ ਸਾਰ ਸੰਭਾਲੀ। ਮੰਮੇ ਦੇ ਥੱਲੇ ਇੱਕ ਹਲੰਤ ਹੈ, ਦੇਖੋ ਥੋੜਾ ਜਿਹਾ ਉਸ ਦੇ ਤੇ ਜ਼ੋਰ ਦੇ ਕੇ ਬੋਲਣਾ। ਕਹਿੰਦੇ ਕਿਆ ਗੁਣ ਤੇਰੇ ਸਾਰ ਸੰਭਾਲੀ, ਮੋਹਿ ਨਿਰਗੁਣ ਕੇ ਦਾਤਾਰੇ। ਜੀਵਨ ਵਿੱਚ ਆਪਾਂ ਨੇ ਘਟ ਬੈਠੇ ਰੱਬ ਦੇ ਗੁਣਾਂ ਨੂੰ ਸੰਭਾਲਣਾ। ਸੰਭਾਲਣ ਦਾ ਅਰਥ ਸਮਝਦੇ ਹੋ? ਜਦੋਂ ਆਪਣੇ ਵਿੱਚੋਂ ਕੋਈ ਚੰਗੀ ਗੱਲ ਵਰਤੇ ਸਰੀਰ ਦੇ ਰਾਹੀਂ ਤੇ ਮਨ ਨੇ ਸੰਭਾਲਣਾ ਤੇ ਕਹਿਣਾ ਮੇਰੇ ਮਾਲਕ ਤੇਰੇ ਗੁਣ ਨੇ, ਮੇਰੇ ਨਹੀਂ ਹਨ। ਮਹਾਰਾਜ ਕਹਿੰਦੇ ਹਨ ਭਾਈ ਸਭ ਗੁਣ ਤੇਰੇ, ਮੈਂ ਨਾਹੀ ਕੋਏ, ਬਿਨ ਗੁਣ ਕੀਤੇ ਭਗਤ ਨਾ ਹੋਏ। ਜੇ ਆਪਾਂ ਨੇ ਭਗਤੀ ਕਰਨੀ ਹੈ, ਰੱਬ ਦੀ ਭਗਤੀ ਕਰਨੀ ਹੈ ਨਾ ਜੀ, ਆਪਾਂ ਨੂੰ ਜੀਵਨ ਮਿਲਿਆ ਇਸ ਵਾਸਤੇ ਹੈ ਕਿ ਆਪਾਂ ਨੇ ਸਾਰਿਆਂ ਨੇ ਘਟ ਬੈਠੇ ਰੱਬ ਦੀ ਭਗਤੀ ਕਰਨੀ। ਤੇ ਆ ਜਿਤਨੇ ਗੁਣ ਨੇ ਇਹਨਾਂ ਦਾ ਪਹਿਲਾਂ ਧਿਆਨ ਰੱਖੋ ਕਿ ਇਹ ਗੁਣੀ ਨਿਧਾਨ ਦੇ ਗੁਣ ਨੇ। ਨਾਨਕ ਗਾਵੀਐ ਗੁਣੀ ਨਿਧਾਨ। ਆਪਾਂ ਨੇ ਉਸ ਰੱਬ ਨੂੰ ਗਾਉਣਾ ਜੋ ਥਾਪਿਆ ਨਾ ਜਾਏ, ਕੀਤਾ ਨਾ ਹੋਏ, ਆਪੇ ਆਪ ਨਿਰੰਜਨ ਸੋਏ।
ਕਿਸੇ ਮੂਰਤੀ ਦੀ, ਕਿਸੇ ਤਸਵੀਰ ਦੀ, ਕਿਸੇ ਪਾਤਸ਼ਾਹ ਦੀ ਵੱਖਰੀ ਕਰਕੇ ਫੋਟੋ ਦਾ ਧਿਆਨ ਸਿੱਖ ਨੇ ਨਹੀਂ ਰੱਖਣਾ। ਜੀਵਨ ਵਿੱਚ ਉਸ ਰੱਬ ਦਾ ਧਿਆਨ ਰੱਖਣਾ ਜੋ ਸਾਰੇ ਪਾਤਸ਼ਾਹੀਆਂ ਜਿਸ ਦਾ ਧਿਆਨ ਰੱਖਦੀਆਂ ਆਈਆਂ। ਸੱਚੇ ਪਾਤਸ਼ਾਹ ਕਹਿੰਦੇ ਹਨ, ਭਾਈ ਇਸ ਗੱਲ ਨੂੰ ਵਿਚਾਰਿਓ। ਕਹਿੰਦੇ ਨਾਨਕ ਗਾਵੀਐ ਗੁਣੀ ਨਿਧਾਨ, ਜਿਹੜੇ ਗੁਣਾਂ ਦਾ ਖਜ਼ਾਨਾ ਇਹ ਮਾਲਕ ਦਾ ਆਪਣੇ ਅੰਦਰ ਜਿਹੜੇ ਵਸਦੇ ਨੇ ਉਹਨਾਂ ਦਾ ਹੈ। ਭਾਈ ਆਖੋ ਸਤਨਾਮ। ਕਹਿੰਦੇ ਗਾਵੀਐ ਸੁਣੀਐ ਮਨ ਰੱਖੀਐ ਭਾਓ, ਦੁੱਖ ਪਰ ਹਰ ਸੁਖ ਘਰ ਲੈ ਜਾਏ। ਕਹਿੰਦੇ ਐਸੀ ਅਵਸਥਾ ਜੋ ਖਜ਼ਾਨਾ ਆਪਣੇ ਅੰਦਰੋਂ ਬਾਹਰ ਵਰਤੇ, ਜਾਂ ਫਿਰ ਅੰਦਰ ਤਾਂ ਧਨ ਬਾਹਰ, ਜਾਂ ਫਿਰ ਬਾਹਰ ਤਾਂ ਧਨ ਮਾਹਰ। ਜਦੋਂ ਫਿਰ ਆਪਣੇ ਵਿੱਚੋਂ ਬਾਹਰ ਆਉਣ ਲੱਗ ਜੇ ਨਾ ਜੀ, ਜਦੋਂ ਆਪਾਂ ਬੋਲਦੇ ਹਾਂ ਤੇ ਫਿਰ ਆਪਾਂ ਨਾ ਬੋਲਦੇ ਹੋਈਏ ਰੱਬ ਬੋਲਦਾ ਹੋਵੇ, ਜਦੋਂ ਆਪਾਂ ਕਰਦੇ ਹਾਂ ਫਿਰ ਆਪਾਂ ਨਾ ਕਰਦੇ ਹੋਈਏ ਰੱਬ ਕਰਦਾ ਹੋਵੇ। ਐਸੀ ਅਵਸਥਾ ਜਦੋਂ ਹੋਣ ਲੱਗ ਜਾਏ, ਵਰਤਣ ਲੱਗ ਜਾਏ ਸਿੱਖ ਨਾਲ, ਭਗਤ ਨਾਲ, ਤੇ ਸੱਚੇ ਪਾਤਸ਼ਾਹ ਕਹਿੰਦੇ ਹੁਣ ਫਿਰ ਬਾਹਰ ਆਉਣ ਲੱਗ ਗਿਆ ਤੇ ਧਨ ਅੰਦਰ ਬਾਹਰ ਹੋ ਗਈ। ਆਖੋ ਸਤਨਾਮ। ਜੀਵ ਰੂਪੀ ਇਸਤਰੀ ਮਾਹਰ ਹੋ ਗਈ। ਆਪਣਾ ਅੰਦਰ ਜਾਣਾ ਤੇ ਰੱਬ ਦਾ ਬਾਹਰ ਆਉਣਾ। ਆਪਾਂ ਪਤਾ ਕੀ ਕਰਦੇ ਹਾਂ, ਜਦੋਂ ਚੰਗੇ ਕੰਮ ਰੱਬ ਕਰਾਉਂਦੇ ਨੇ ਤੇ ਅਸੀਂ ਕਹਿੰਦੇ ਮੈਂ ਕੀਤਾ ਜੀ, ਅਸੀਂ ਬਾਹਰ ਆ ਜਾਂਦੇ ਹਾਂ। ਆਖੋ ਸਤਨਾਮ। ਅਸੀਂ ਬਾਹਰ ਛਾਲ ਮਾਰ ਕੇ ਬਹਿ ਜਾਂਦੇ ਹਾਂ, ਸਾਡਾ ਮਨ ਬਾਹਰ ਛਾਲ ਮਾਰ ਜਾਂਦਾ ਹੈ। ਕਹਿੰਦੇ ਭਗਤ ਕਰੇ ਮੂਰਖ ਆਪ ਜਨਾਵੇ, ਨੱਚ ਨੱਚ ਟੱਪੇ ਬਹੁਤ ਦੁੱਖ ਪਾਵੇ। ਐਸਾ ਮਨ ਰੱਬ ਦੀ ਭਗਤੀ ਕਰਨ ਵਾਸਤੇ ਜੀਵਨ ਮਿਲਿਆ ਹੋਵੇ, ਬਾਣੀ ਪੜ੍ਹਦਾ ਹੋਵੇ ਸਿੱਖ, ਤੇ ਬਾਣੀ ਪੜ੍ਹ ਕੇ ਕਹੇ ਮੈਂ ਬਾਣੀ ਪੜ੍ਹੀ, ਸਿੱਖ ਨੂੰ ਬਾਣੀ ਨਹੀਂ ਸਮਝ ਆਈ। ਆਖੋ ਸਤਨਾਮ। ਕਹਿੰਦਾ ਜੀ ਮੈਨੂੰ ਬਾਣੀ ਪੜ੍ਹਾਈ ਮਹਾਰਾਜ ਨੇ, ਮਾਲਕ ਨੇ ਕਿਰਪਾ ਕੀਤੀ ਤਾਂ ਮੈਥੋਂ ਪੜ੍ਹੀ ਗਈ। ਜੇ ਮੈਥੋਂ ਸੇਵਾ ਹੋਈ ਤੇ ਕਹਿਣਾ ਰੱਬ ਨੇ, ਮਾਲਕ ਨੇ ਸੇਵਾ ਲਿੱਤੀ, ਆਪੇ ਸੇਵਾ ਲਾਇਨ, ਆਪੇ ਬਖਸ਼ ਕਰੇ, ਸਭਨਾ ਕੰਮ ਆਪਿਓ ਆਪ ਹੈ, ਆਪੇ ਸਾਰ ਕਰੇ। ਜਦੋਂ ਆਪ ਮੇਰੀ ਸਾਰ ਲੈਂਦਾ ਨਾ ਤਾਂ ਮੈਨੂੰ ਫਿਰ ਕੋਈ ਨਾ ਕੋਈ ਸੇਵਾ ਬਖਸ਼ਿਸ਼ ਕਰ ਦਿੰਦਾ ਹੈ। ਆਖੋ ਸਤਨਾਮ। ਆ ਜਿਤਨੀ ਸੰਸਾਰ ਦੀ ਸੇਵਾ ਹੈ ਇਹ ਰੱਬ ਦੀ ਸੇਵਾ ਹੈ। ਵਿੱਚ ਦੁਨੀਆ ਸੇਵ ਕਮਾਈਏ ਤਾਂ ਦਰਗਹਿ ਬੈਸਣ ਪਾਈਏ। ਜਦੋਂ ਆਪਾਂ ਮਾਤਾ ਦੀ ਸੇਵਾ ਕਰੀਏ, ਪਿਤਾ ਦੀ ਕਰੀਏ, ਬੱਚਿਆਂ ਮਾਤਾ ਪਿਤਾ ਬੱਚਿਆਂ ਦੀ ਕਰਨ, ਸਮਾਜ ਦੀ ਕਰੀਏ, ਸੰਸਾਰ ਦੇ ਵਿੱਚ ਸੇਵਾ ਕਿਸੇ ਦੀ ਵੀ ਕਰੀਏ, ਹਰੇਕ ਬੰਦਾ ਇੱਕ ਦੂਜੇ ਦੀ ਸੇਵਾ ਕਰ ਰਿਹਾ ਹੈ ਤੇ ਉਹ ਰੱਬ ਕਰਾ ਰਿਹਾ ਹੈ। ਆਖੋ ਸਤਨਾਮ। ਕੋਈ ਵੀ ਸੇਵਾ ਕਰਕੇ ਮਾਤਾ ਪਿਤਾ ਨੇ ਵੀ ਬੱਚਿਆਂ ਨੂੰ ਪਾਲਦਿਆਂ ਹੋਇਆਂ ਭੁੱਲ ਕੇ ਨਹੀਂ ਕਹਿਣਾ ਮੈਂ ਬੱਚੇ ਪਾਲੇ, ਨਹੀਂ ਕਹਿਣਾ। ਕਹਿਣਾ ਮਾਲਕ ਤੈਂ ਸੇਵਾ ਲਾਈ ਸੀ, ਇਹ ਤੈਂ ਆਪ ਸੇਵਾ ਨਿਭਾਈ ਹੈ। ਆਖੋ ਸਤਨਾਮ। ਤੇਰੀ ਸੇਵਾ ਤੁਝ ਤੇ ਹੋਵੇ ਔਰ ਨਾ ਦੂਜਾ ਕਰਤਾ। ਜਦੋਂ ਆਪਾਂ ਕਹਿੰਦੇ ਉਹ ਜਦੋਂ ਸੇਵਾ ਲਾਵੇ ਤੇ ਰੱਬ ਫਿਰ ਕਰਦਾ ਵੀ ਹੈ ਤੇ ਕਰਾਉਂਦਾ ਵੀ ਹੈ। ਆਖੋ ਸਤਨਾਮ। ਤੂੰ ਆਪੇ ਦਾਤਾ ਆਪੇ ਭੁਗਤਾ ਜੀ। ਹਾਲੇ ਸਾਡੀ ਮਨ ਦੀ ਅਵਸਥਾ ਹਾਲੇ ਮੂਵ ਨਹੀਂ ਕਰ ਰਹੀ ਜੀ, ਕਿ ਮੈਂ ਜਿਸ ਵੇਲੇ ਪਾਠ ਕਰਾਂ ਤੇ ਕਹਾਂ ਮਾਲਕ ਤੂੰ ਕਰਾ ਰਹੇ, ਤੇ ਜਦੋਂ ਪਾਠ ਹੋ ਜਾਏ ਤੇ ਮੇਰਾ ਮਨ ਕਹੇ ਮਾਲਕ ਇਹ ਤੈਂ ਕਰਾਇਆ ਹੈ ਨਾ। ਆਹ ਦੋ ਗੱਲਾਂ ਹੀ ਨੇ ਨਾ ਜੀਵਨ 'ਚ। ਇਹ ਦੋ ਗੱਲਾਂ ਨਹੀਂ ਬੋਲਣੀਆਂ ਆਈਆਂ ਮਨ ਨੂੰ ਆਪਣੇ। ਮਨ ਕਹਿੰਦਾ ਜੀ ਮੈਂ ਪਾਠ ਕਰਦਾ ਸੀ ਤੇ ਮੈਂ ਪਾਠ ਕਰਤਾ, ਐਂ ਬੋਲਦਾ। ਯਾਨੀ ਕਦੇ ਨਹੀਂ ਬੋਲਿਆ ਮੈਂ ਗੁਰਦੁਆਰੇ ਆਇਆ ਨਹੀਂ, ਉਹ ਲੈ ਕੇ ਆਇਆ। ਮੈਂ ਬੈਠਾ ਨਹੀਂ, ਉਹਨੇ ਬਿਠਾਇਆ। ਮੈਂ ਪਾਠ ਕੀਤਾ ਨਹੀਂ, ਉਹਨੇ ਕਰਾਇਆ। ਤਾਂ ਜੀਵਨ 'ਚ ਇਹ ਘੜੀ ਚੱਲਣੀ ਹੈ, ਨਹੀਂ ਤਾਂ ਇਹ ਰੁਕ ਜਾਣੀ ਹੈ। ਭਾਈ ਆਖੋ ਸਤਨਾਮ। ਜਿਹੜੇ ਕਹਿੰਦੇ ਨੇ ਮੈਂ ਪਾਠ ਕੀਤਾ, ਉਹਨਾਂ ਦੇ ਪਾਠ ਹੋਣੇ ਬੰਦ ਹੋ ਜਾਂਦੇ ਨੇ। ਜਿਹੜਾ ਕਹਿੰਦਾ ਮੈਂ ਸੇਵਾ ਕੀਤੀ, ਉਹਨਾਂ ਦੀ ਸੇਵਾ ਹੋਣੀ ਬੰਦ ਹੋ ਜਾਂਦੀ ਹੈ। ਯਾਦ ਰੱਖਣਾ, ਜਿਹੜਾ ਕਹਿੰਦਾ ਮੈਂ ਸਿਮਰਨ ਕੀਤਾ, ਸਿਮਰਨ ਹੋਣਾ ਬੰਦ ਹੋ ਜਾਂਦਾ ਹੈ, ਥੋੜ੍ਹੇ ਦਿਨਾਂ 'ਚ ਬੰਦ ਹੋ ਜਾਂਦਾ। ਐਸੀ ਠਗੌਰੀ ਪਾਏ ਭੁਲਾਵੈ, ਮਨ ਸਭ ਕੈ ਲਾਗੈ ਮੀਠੀ। ਜੀਵਨ ਵਿੱਚ ਫਿਰ ਐਸਾ ਮਾਇਆ ਦਾ ਛੁਣਛੁਣਾ ਸਾਡੇ ਮਨ ਰੂਪੀ ਬੱਚੇ ਨੂੰ ਪਕੜਾ ਦਿੰਦਾ ਰੱਬ, ਕਿ ਫਿਰ ਸਾਡਾ ਮਨ ਉਸ ਖੇਡਾਂ ਵਿੱਚ ਹੀ ਰਹਿੰਦਾ, ਉਸ ਮਾਇਆ ਵਿੱਚ ਹੀ ਲਪਤ ਹੋ ਜਾਂਦਾ, ਬੱਚਿਆਂ ਵਿੱਚ ਹੀ ਲਪਤ ਹੋ ਜਾਂਦਾ, ਸੰਸਾਰ ਵਿੱਚ ਹੀ ਲਪਤ ਹੋ ਜਾਂਦਾ, ਉਸ ਦਿਖਾਉਣ ਵਿੱਚ ਹੀ ਲਪਤ ਹੋ ਜਾਂਦਾ। ਕਹਿੰਦੇ ਜੀਵਨ ਵਿੱਚ ਸਭ ਕੰਮ ਕਰਨੇ ਆ, ਹੱਥ ਪਾਉ ਕਰ ਕਾਮ ਸਭ। ਜਿਤਨੇ ਕੰਮ ਤੁਹਾਨੂੰ ਮਾਲਕ ਨੇ ਦਿੱਤੇ ਨੇ ਉਹ ਕਰਨੇ ਨੇ, ਪਰ ਕਰਦਿਆਂ ਹੋਇਆਂ ਗਿਆਨ ਇਹ ਰੱਖਣਾ
ਤੂੰ ਕਰਾ ਰਿਹਾ ਹੈ। ਆਖੋ ਸਤਨਾਮ। ਤੇ ਜਦੋਂ ਹੋ ਜਾਏ ਤੇ ਸੁਰਤ ਰੱਖਣੀ, ਇਹ ਤੈਂ ਕਰਾਇਆ, ਸਭ ਕੁਛ ਕੀਤਾ ਤੇਰਾ ਹੋਵੇ, ਨਾਹੀ ਕਿਛ ਅਸਾੜਾ ਜੀਓ। ਇਹ ਗੱਲ ਮਨ 'ਚ ਵਸਾ ਕੇ ਰੱਖਣਾ ਜੀ ਗੁਰਸਿੱਖੋ। ਐ ਗੁਰਮੁਖੋ, ਸੱਚੇ ਪਾਤਸ਼ਾਹ ਕਹਿੰਦੇ ਕਿਆ ਗੁਣ ਤੇਰੇ ਸਾਰ ਸੰਭਾਲੀ। ਮੇਰੇ ਮਾਲਕ, ਮੈਂ ਤੇਰੇ ਕੈਸੇ ਗੁਣਾਂ ਨੂੰ, ਸਾਰ ਨੂੰ ਕਹਿੰਦੇ ਮੈਂ ਸੰਭਾਲ ਸਕਾਂ। ਮੈਂ ਜਿਸ ਵੇਲੇ ਮੇਰੇ ਅੰਦਰੋਂ ਗੁਣ ਬਾਹਰ ਵਰਤਣ, ਮੇਰਾ ਮਨ ਹਰਖ ਪੈਂਦਾ, ਲੋਕਾਂ ਨੂੰ ਦਿਖਾਉਣ ਵਾਸਤੇ ਬੋਲ ਪੈਂਦਾ, ਤੇ ਸੰਭਾਲੇ ਨਹੀਂ ਜਾਂਦੇ ਤੇਰੇ ਗੁਣ। ਆਖੋ ਸਤਨਾਮ। ਸੱਚੇ ਪਾਤਸ਼ਾਹ ਕਹਿੰਦੇ ਹਨ ਜੀਵਨ ਵਿੱਚ ਇਸ ਗੱਲ ਦੀ ਅਵਸਥਾ ਨੂੰ ਬੁੱਝਿਓ। ਮਹਾਰਾਜ ਕਹਿੰਦੇ ਹਨ ਬੈ ਖਰੀਦ ਕਿਆ ਕਰੇ ਚਤੁਰਾਈ, ਇਹ ਜੀਓ ਪਿੰਡ ਸਭ ਥਾਰੇ। ਆਪਾਂ ਮੁੱਲ ਖਰੀਦੀ ਲਾਲਾ ਗੋਲਾ, ਪੜ੍ਹਦੇ ਨਾ ਸ਼ਬਦ, ਕਹਿੰਦੇ ਆਪਾਂ ਬੈ ਹੋਏ ਹੋਇਆ, ਆਪਾਂ ਰੱਬ ਦੇ ਖਰੀਦੇ ਹੋਏ ਹਾਂ। ਜਿਵੇਂ ਇੱਕ ਸਲੇਵ ਹੁੰਦਾ ਨਾ, ਸਲੇਵ ਕਹਿੰਦੇ ਜਿੱਥੇ ਮਾਲਕ ਭੇਜਦਾ ਉੱਥੇ ਸਲੇਵ ਨੂੰ ਲੱਗਣਾ ਪੈਂਦਾ ਹੈ। ਆਖੋ ਸਤਨਾਮ। ਆਏ ਸਾਨੂੰ ਮਾਲਕ ਨੇ ਜਿੱਥੇ ਭੇਜਿਆ ਉੱਥੇ ਜੇ ਆਪਣੇ ਬੱਚੇ ਹੋਏ ਤੇ ਆਪਾਂ ਨੂੰ ਬੱਚਿਆਂ ਦੀ ਸੇਵਾ ਕਰਨੀ ਪੈਣੀ ਹੈ। ਜੇ ਆਪਾਂ ਨੂੰ ਕਿਸੇ ਕੰਮ ਲਾਇਆ ਤੇ ਆਪਾਂ ਨੇ ਉਹ ਕੰਮ ਕਰਨਾ ਹੈ। ਜੇਤੀ ਸਿਰਠ ਉਪਾਈ ਵੇਖਾਂ ਵਿਣ ਕਰਮਾਂ ਕੈ ਮਿਲੈ ਲਈ। ਕਹਿੰਦੇ ਕਿਸੇ ਨੂੰ ਜੀਵਨ ਵਿੱਚ ਕਰਮ ਨੂੰ ਪੂਰਾ ਨਿਭਾਏ ਹੋਇਆ ਰੱਬ ਨਹੀਂ ਮਿਲਣਾ। ਕਰਮਾਂ ਤੋਂ ਭੱਜਣਾ ਨਹੀਂ। ਜਿਹੜੇ ਕਰਮਾਂ ਤੋਂ ਭੱਜਦੇ ਨੇ ਉਹ ਚੋਰੀਆਂ ਕਰਦੇ ਨੇ। ਆਖੋ ਸਤਨਾਮ। ਉਹ ਡਾਕਾ ਮਾਰਦੇ ਨੇ, ਫਰੇਬੀ ਹੋ ਜਾਂਦੇ ਨੇ। ਕਰਮ ਕਰਦਿਆਂ ਹੋਇਆਂ ਕਰਮ ਕਰਤ ਹੋਵੈ ਨਹੀਂ ਕਰਮ, ਤਿਸ ਵੈਸਨੋ ਕਾ ਨਿਰਮਲ ਧਰਮ। ਕਰਮ ਕਰਦਿਆਂ ਹੋਇਆਂ ਰੱਬ ਦੇ ਕਰਮ ਦੇ ਵਿੱਚ ਧਿਆਨ ਰੱਖਣਾ ਕਿ ਮੇਰੇ ਮਾਲਕ ਇਹ ਆਪ ਕਰਾ ਰਹੇ ਹੋ। ਜਿਹਨੂੰ ਆਪਾਂ ਪੜ੍ਹਦੇ ਹੁੰਦੇ ਨਾ, ਜਪਦੇ ਹੁੰਦੇ ਆ ਸਵੇਰੇ, ਉਹ ਹੀ ਅੰਦਰੋਂ ਕਰਾਉਂਦੇ ਹੁੰਦੇ ਨੇ। ਤੇ ਆਪਾਂ ਕੰਮ ਕਰਕੇ ਉਹਨੂੰ, ਜਿਹਨੂੰ ਜਪਦੇ ਸੀ ਉਹਨੂੰ ਭੁੱਲ ਜਾਂਦੇ ਆ। ਤੇ ਜਪਦਿਆਂ ਹੋਇਆਂ ਆਪਾਂ ਪਹਿਲਾਂ ਤਾਂ ਭੁਲਾ ਕੇ ਕਹਿੰਦੇ ਆ ਕਿ ਮੈਂ ਜਪਿਆ ਸੀ। ਜੇ ਕਿਤੇ ਯਾਦ ਰਵੇ ਬਾਣੀ ਦੀ ਸੰਥਿਆ, ਫਿਰ ਮਨ ਕਹਿੰਦਾ ਮਾਲਕ ਤੈਂ ਜਪਾਇਆ ਸੀ। ਆਪ ਜਪਾਏ ਜਪੇ ਸੋ ਨਾਉ, ਆਪ ਗਵਾਏ ਸੋ ਹਰ ਗੁਣ ਗਾਓ। ਕਹਿੰਦੇ ਉਹ ਬੰਦਾ ਜੀਵਨ 'ਚ ਫਿਰ ਅੱਗੇ ਵੱਧਦਾ, ਨਹੀਂ ਤਾਂ ਉਹਦਾ ਜੀਵਨ ਦੀ ਗਤੀ ਰੁਕਣ ਲੱਗ ਜਾਂਦੀ ਹੈ। ਭਾਈ ਆਖੋ ਸਤਨਾਮ। ਗਤੀ ਰੁਕਣ ਲੱਗ ਜਾਂਦੀ। ਸੋ ਸੱਚੇ ਪਾਤਸ਼ਾਹ ਕਹਿੰਦੇ ਹਨ, ਕਹਿੰਦੇ ਆਪਾਂ ਨੇ ਚਤਰਾਈ ਨਹੀਂ ਕਰਨ ਦੇਣੀ ਮਨ ਨੂੰ। ਚਤਰਾਈ ਨਾ ਚਤਰ ਭੁਜ ਪਾਇਆ, ਇਹ ਮਨ ਚੰਚਲਾ ਚਤਰਾਈ ਕਿਨੇ ਨਾ ਪਾਇਆ। ਚਤਰਾਈ ਨਾ ਪਾਇਆ ਕਿਨੇ, ਤੂੰ ਸੁਣ ਮਨ ਮੇਰਿਆ, ਹੈ ਨਾ। ਐ ਮੇਰੇ ਮਨਾ ਤੂੰ ਸੁਣ ਲੈ। ਜਿਵੇਂ ਆਪਾਂ ਦੂਜਿਆਂ ਨੂੰ ਸੁਣਾਉਂਦੇ ਆ ਨਾ, ਆਪਣੇ ਮਨ ਨੂੰ, ਆਪਣੇ ਗੁਰੂ ਦੇ ਸ਼ਬਦ ਨੂੰ ਸੁਣਾਉਣਾ ਤੇ ਮਨ ਨੂੰ ਕਹਿਣਾ ਤੂੰ ਇਹਦੇ ਗੱਲ ਨੂੰ ਸਮਝ ਕੇ ਮੰਨ ਲੈ। ਇਹਦੇ ਨਾਲ ਝਗੜਾ ਕਰਨਾ, ਜਿਵੇਂ ਆਪਾਂ ਬੱਚਿਆਂ ਨਾਲ ਝਗੜਾ ਕਰਦੇ ਆ ਨਾ ਜੀ। ਜਦੋਂ ਆਪਾਂ ਕੋਈ ਗੱਲ ਕਹਿਣਾ ਤਾਂ ਬੱਚਾ ਨਾ ਮੰਨੇ, ਪਤੀ ਨਾ ਮੰਨੇ, ਪਤਨੀ ਨਾ ਮੰਨੇ, ਦੂਜਾ ਨਾ ਮੰਨੇ, ਆਪਾਂ ਕਿਵੇਂ ਝਗੜਦੇ ਆ। ਤੂੰ ਮੇਰੀ ਗੱਲ ਨਹੀਂ ਮੰਨਦਾ, ਮੇਰੀ ਗੱਲ ਨਹੀਂ ਸੁਣਦਾ। ਕਹਿੰਦੇ ਜਦੋਂ ਆਪਣੇ ਸ਼ਬਦਾਂ ਰਾਹੀਂ ਮਾਲਕ ਦੇ ਆਪਣਾ ਹੀ ਮਨ ਨਾ ਮੰਨੇ ਤੇ ਫਿਰ ਗੱਲ ਯਾਦ ਰੱਖਿਓ, ਸਾਡੀ ਕਿਸੇ ਨੇ ਨਹੀਂ ਮੰਨਣੀ। ਆਖੋ ਸਤਨਾਮ। ਅਸੀਂ ਬੋਲਦੇ ਹੋਵਾਂਗੇ, ਨਾ ਪਤਨੀ ਸੁਣੇਗੀ, ਨਾ ਪਤੀ ਸੁਣੇਗਾ, ਨਾ ਬੱਚੇ ਸੁਣਨਗੇ, ਨਾ ਮਿੱਤਰ ਸੁਣਨਗੇ। ਜੀਵਨ ਵਿੱਚ ਜਦੋਂ ਕੋਈ ਨਾ ਸੁਣਨ ਲੱਗ ਜੇ ਤੇ ਸਮਝ ਲਓ ਕਿ ਮੇਰਾ ਮਨ ਰੱਬ ਦੀ ਸੁਣਨੋਂ ਹਟ ਗਿਆ ਤੇ ਹੁਣ ਮੈਨੂੰ ਮਾਲਕ ਦਿਖਾਉਂਦਾ ਕਿ ਤੇਰੀ ਵੀ ਨਹੀਂ ਸੁਣੀ ਜਾਣੀ। ਆਖੋ ਸਤਨਾਮ। ਕਹਿੰਦੇ ਮਨ ਹੀ ਨਾਲ ਝਗੜਾ, ਮਨ ਹੀ ਨਾਲ ਸੱਥ, ਮਨ ਹੀ ਮੰਝ ਸਮਾਏ। ਜਦੋਂ ਕੋਈ ਨਾ ਸੁਣੇ, ਸਮਝਣਾ ਮੇਰੇ ਮਨ ਨੇ ਗੁਰੂ ਦੀ ਸੁਣਨੋਂ ਹਟ ਗਿਆ, ਇਹਨੂੰ ਸੁਣਨ ਲਾ ਦਿਓ। ਮਹਾਰਾਜ ਕਹਿੰਦੇ ਭਾਈ ਇਸ ਗੱਲ ਨੂੰ ਸੁਣਿਓ। ਕਹਿੰਦੇ ਕਹੈ ਨਾਨਕ ਸੁਣੋ ਸੰਤੋ ਸ਼ਬਦ ਧਰੋ ਪਿਆਰੋ, ਸਾਚਾ ਨਾਮ ਮੇਰਾ ਆਧਾਰੋ। ਕਹਿੰਦੇ ਹੁਕਮ ਮੰਨਿਓ ਗੁਰੂ ਕੇਰਾ, ਗਾਵੋ ਸੱਚੀ ਬਾਣੀ। ਇਹ ਹੁਕਮ ਮੇਰਾ ਮਨ ਮੰਨਣੋਂ ਹਟ ਗਿਆ। ਜਦੋਂ ਗੁਰੂ ਦੀ ਗੱਲ ਮੰਨਣੋਂ ਹਟ ਜੇ, ਜਿਹੜਾ ਗੁਰੂ ਰੱਬ ਦੀ ਗੱਲ ਸੁਣਾਉਂਦਾ ਹੋਵੇ ਤੇ ਰੱਬ ਸੁਣਵਾਉਂਦਾ ਹੋਵੇ ਉਸ ਗੁਰੂ ਦੇ ਜਰੀਏ, ਤੇ ਮਨ ਉਹਨੂੰ ਸੁਣਨੋਂ ਹਟ ਜਾਏ, ਐਸੇ ਮਨ ਫਿਰ ਜਦੋਂ ਜੋ ਮਰਜ਼ੀ ਬੋਲ ਲੇ, ਉਹਦਾ ਫਿਰ ਪਤੀ ਪਤਨੀ, ਮਾਤਾ ਪਿਤਾ, ਬੱਚੇ, ਮਿੱਤਰ ਸੁਣਨੋਂ ਹਟ ਜਾਂਦੇ ਨੇ। ਭਾਈ ਆਖੋ ਸਤਨਾਮ। ਹਟ ਜਾਂਦੇ। ਸੋ ਜੀਵਨ ਦੀ ਅਵਸਥਾ ਹੈ ਇਹ। ਸੱਚੇ ਪਾਤਸ਼ਾਹ ਕਹਿੰਦੇ ਇਹ ਮੇਰੇ ਮਨਾ ਤੂੰ ਚਤਰਾਈ ਨਾ ਕਰੀ।
ਜਿਵੇਂ ਗੁਰੂ ਕਹਿੰਦੇ ਨੇ ਸਭ ਸਿਆਣਪਾਂ ਛੱਡ ਕੇ ਗੁਰ ਕੀ ਚਰਨੀ ਪਾਹੋ। ਆਖੋ ਸਤਨਾਮ। ਮੇਰੇ ਮਨਾ ਚਲਾਕੀਆਂ ਨਾ ਕਰੀ, ਆਪਣੀ ਮਨ ਦੀ ਕੋਈ ਗੱਲ ਨਾ ਚਲਾਈ। ਜੇ ਗੁਰੂ ਚਲਾਉਂਦੇ ਹੁੰਦੇ ਨੇ ਤੇ ਉਹਨੂੰ ਸੁਣ ਕੇ ਮੰਨਣਾ ਸਿੱਖ ਲੈ ਤੂੰ। ਆਖੋ ਸਤਨਾਮ। ਸੱਚੇ ਪਾਤਸ਼ਾਹ ਕਹਿੰਦੇ ਹਨ, ਕਹਿੰਦੇ ਲਾਲ ਰੰਗੀਲੇ ਪ੍ਰੀਤਮ ਮਨ ਮੋਹਨ ਤੇਰੇ ਦਰਸ਼ਨ ਕਉ ਹਮ ਬਾਰੇ। ਜਿਹੜੀ ਜੀਵਨ ਦੀ ਅਵਸਥਾ ਹੈ ਨਾ, ਘਟ ਬੈਠੇ ਰੱਬ ਦੇ ਦਰਸ਼ਨ ਪਾਉਣੇ। ਖਿਆਲ ਰੱਖਿਓ ਕਿਵੇਂ ਹੁੰਦੇ ਨੇ। ਪਹਿਲਾਂ ਦਰਸ਼ਨਾਂ ਦੀ ਗੱਲ ਸੁਣੋ। ਇੰਨੀ ਅੱਖੀ ਨਜ਼ਰ ਨਾ ਆਵੇ ਜਿਚਰ ਸ਼ਬਦ ਨਾ ਕਰੇ ਵਿਚਾਰ। ਜਿਹੜਾ ਸਰੀਰ ਦੇ ਅੰਦਰ ਰੱਬ ਵਸਦਾ ਹੋਵੇ ਤੇ ਇਹ ਅੱਖਾਂ ਉਹਨੂੰ ਦੇਖ ਨਹੀਂ ਸਕਦੀਆਂ ਜਦੋਂ ਤੱਕ ਸ਼ਬਦ ਦੀ ਵਿਚਾਰ ਦੇ ਨਾਲ ਇਹ ਮਨ ਦੀ ਅੱਖ ਨਾ ਖੁੱਲੇ। ਧਿਆਨ ਰੱਖਿਓ, ਜਿਵੇਂ ਆ ਕੰਪਿਊਟਰ ਦੇ ਵਿੱਚ ਬਹੁਤ ਕੁਝ ਪਿਆ ਹੋਵੇ, ਇਹ ਅੱਖ ਨਹੀਂ ਦੇਖ ਪਾਉਂਦੀ ਕਿ ਕੀ ਕੁਝ ਪਿਆ ਅੰਦਰ, ਹੈ ਨਾ। ਤੇ ਇਹ ਸ਼ਬਦਾਂ ਰਾਹੀਂ ਪਤਾ ਲੱਗਦਾ ਕਿ ਇਹਦੇ ਅੰਦਰ ਕੀ ਕੁਝ ਪਿਆ। ਕੋਈ ਮੈਨੂੰ ਪੜ੍ਹਾਊਗਾ ਤਾਂ ਹੀ ਪਤਾ ਲੱਗੂਗਾ ਨਾ ਜੀ। ਇਵੇਂ ਜ਼ਿਕਰ ਸਰੀਰ ਦੇ ਅੰਦਰ ਕੀ ਕੁਝ ਹੈਗਾ ਆਪਾਂ ਨੂੰ ਪਤਾ ਨਹੀਂ ਲੱਗਦਾ, ਕੋਈ ਪੜ੍ਹਾਉਂਦਾ ਤੇ ਤਾਂ ਪਤਾ ਲੱਗਦਾ ਹੈ। ਇਵੇਂ ਜ਼ਿਕਰ ਘਟ ਬੈਠੇ ਰੱਬ ਦੀ ਗੱਲ ਜਦੋਂ ਤੱਕ ਗੁਰੂ ਨਾ ਪੜ੍ਹਾਉਣ ਮੈਨੂੰ, ਮੈਂ ਨਾ ਪੜ੍ਹਾਂ ਗੁਰੂ ਤੋਂ, ਤੇ ਘਟ ਬੈਠੇ ਰੱਬ ਦੀ ਮੈਨੂੰ ਦਰਸ਼ਨ ਨਹੀਂ ਹੁੰਦੇ ਭਾਈ। ਆਖੋ ਸਤਨਾਮ। ਨਹੀਂ ਪਤਾ ਲੱਗਦਾ। ਸੋ ਇਸ ਅੱਖ ਦੇ ਉੱਤੇ ਕੋਈ ਵੀ ਚੀਜ਼ ਪੈ ਜੇ, ਜਿਵੇਂ ਕੋਈ ਤਿਨਕਾ ਪੈ ਜੇ ਤੇ ਆਪਣੀ ਅੱਖ ਨਹੀਂ ਦੇਖ ਸਕਦੀ। ਆਪਾਂ ਨੂੰ ਲੋਕਾਂ ਨੂੰ ਕਹਿਣਾ ਪੈਂਦਾ, ਭਾਈ ਦੇਖੋ ਮੇਰੀ ਅੱਖ 'ਚ ਕੀ ਪੈ ਗਿਆ। ਅਗਲਾ ਕਹਿੰਦਾ ਭਾਈ ਤੂੰ ਦੇਖਦਾ ਨਹੀਂ, ਤੈਨੂੰ ਦੀਂਦਾ ਨਹੀਂ। ਕਹਿੰਦਾ ਦੀਂਦਾ ਨਹੀਂ ਹੈ ਕਿਉਂਕਿ ਅੱਖ ਦੇ ਉੱਤੇ ਆ ਗਈ। ਜੇ ਦੂਰ ਹੋਵੇ ਤੇ ਬੰਦਾ ਦੇਖ ਲੈਂਦਾ, ਤੇ ਅੱਖ ਦੇ ਉੱਤੇ ਚੀਜ਼ ਆ ਜੀ ਤਾਂ ਦਿਖਦਾ ਨਹੀਂ ਹੈ, ਮਹਿਸੂਸ ਹੁੰਦਾ, ਫੀਲ ਹੁੰਦਾ। ਇਵੇਂ ਜ਼ਿਕਰ ਰੱਬ ਜੀ ਅੰਦਰ ਫੀਲ ਹੁੰਦੇ ਨੇ ਭਾਈ। ਆਖੋ ਸਤਨਾਮ। ਉਹਨਾਂ ਦਾ ਫੀਲ ਹੋਣਾ ਹੀ ਦਰਸ਼ਨ ਪਾਉਣੇ ਨੇ ਅੱਖ ਨੇ। ਧਿਆਨ ਰੱਖਿਓ, ਮਨ ਰੂਪੀ ਅੱਖ ਨੇ ਘਟ ਬੈਠੇ ਰੱਬ ਨੂੰ ਫੀਲ ਕਰਨਾ। ਜਿਵੇਂ ਹੁਣ ਆਪਾਂ ਬੈਠੇ ਹਾਂ ਨਾ, ਮਨ ਨੂੰ ਫੀਲ ਕਰਾਓ ਕਿ ਮਨਾ ਮੈਨੂੰ ਦੱਸ ਤੂੰ ਕੀ ਸਰੀਰ ਦਾ ਕੋਈ ਖੂਨ ਦੀ ਬੂੰਦ ਬਣਾਉਣੀ ਜਾਣਦਾ। ਫਿਰ ਮਨ ਫੀਲ ਕਰਦਾ ਕਿ ਨਹੀਂ ਮੈਂ ਨਹੀਂ ਜਾਣਦਾ। ਫਿਰ ਮਨ ਨੂੰ ਪੁੱਛੋ ਕਿ ਤੂੰ ਕੋਈ ਇੱਕ ਸੈੱਲ ਬਣਾਇਆ ਸਰੀਰ ਦਾ। ਫਿਰ ਮਨ ਫੀਲ ਕਰਦਾ ਕਿ ਨਹੀਂ ਮੈਂ ਕੁਛ ਨਹੀਂ ਬਣਾਇਆ, ਮੈਨੂੰ ਆਉਂਦਾ ਹੀ ਨਹੀਂ ਬਣਾਉਣਾ। ਤੇ ਜੇ ਨਹੀਂ ਆਉਂਦਾ ਮੈਨੂੰ ਬਣਾਉਣਾ ਤੇ ਉਹ ਚਲਾ ਰਿਹਾ ਨਾ, ਉਹਨੂੰ ਰੱਬ ਕਹਿੰਦੇ ਅਸੀਂ। ਆਖੋ ਸਤਨਾਮ। ਐ ਮੇਰੇ ਮਨਾ ਉਹ ਤੇਰੇ ਵਿੱਚ ਵਸਦਾ ਹੈ। ਜਿਵੇਂ ਮਾਤਾ ਪਿਤਾ ਆਪਣੇ ਮਨ ਨੂੰ ਦਿਖਾ ਨਹੀਂ ਸਕਦੇ ਤੇ ਸ਼ਬਦਾਂ ਰਾਹੀਂ ਬੱਚਾ ਫੀਲ ਕਰਦਾ ਹੈ ਮਾਂ ਨੂੰ ਕਿ ਮੇਰਾ ਮਾਂ ਦਾ ਅੱਜ ਮੂਡ ਹੈ ਕਿ ਨਹੀਂ ਹੈ, ਹੈ ਨਾ। ਮਨ ਦਾ ਪਤਾ ਲੱਗਦਾ ਨਾ, ਤੇ ਬੱਚਿਆਂ ਦਾ ਮਨ ਦਾ ਪਤਾ ਲੱਗਦਾ ਹੈ, ਸ਼ਬਦਾਂ ਰਾਹੀਂ ਪਤਾ ਲੱਗਦਾ ਹੈ। ਪਤਾ ਲੱਗਦਾ ਕਿ ਅੱਜ ਬੱਚਾ ਸ਼ਬਦਾਂ ਰਾਹੀਂ ਕਿ ਨਿਵੇਸਲਾ ਹੈ, ਕਿ ਇਹ ਦੇਖਦਾ ਹੈ, ਮੈਨੂੰ ਜਾਣਦਾ ਹੈ ਕਿ ਨਹੀਂ ਜਾਣਦਾ, ਇਹਨੇ ਮੈਨੂੰ ਸਮਝਿਆ ਕਿ ਨਹੀਂ ਸਮਝਿਆ। ਆਏ ਮਨ ਦੇ ਦਰਸ਼ਨ ਹੁੰਦੇ ਨੇ ਸ਼ਬਦਾਂ ਰਾਹੀਂ। ਆਖੋ ਸਤਨਾਮ। ਕਹਿੰਦੇ ਭਾਈ ਇਵੇਂ ਜ਼ਿਕਰ ਰੱਬ ਦੇ ਸ਼ਬਦਾਂ ਰਾਹੀਂ ਦਰਸ਼ਨ ਹੁੰਦੇ ਨੇ ਮਨ ਨੂੰ। ਆਪਣੇ ਮਨ ਜਿਵੇਂ ਦੀਂਦਾ ਨਹੀਂ ਨਾ ਕਿਸੇ ਨੂੰ, ਇਸ ਮਨ ਕਾ ਕੋਈ ਚੱਕਰ ਚਿਹਨ ਨਹੀਂ ਹੈ। ਆਏ ਰੱਬ ਦਾ ਵੀ ਕੋਈ ਰੂਪ ਰੇਖਾ ਨਹੀਂ ਹੈ। ਕਹਿੰਦੇ ਜਿਵੇਂ ਮਨ ਨਹੀਂ ਦਿਖਦਾ ਸ਼ਬਦਾਂ ਰਾਹੀਂ ਦੇਖ ਸਕਦੇ ਹਾਂ, ਆਏ ਮਨ ਨੇ ਵੀ ਰੱਬ ਦੀ ਕੋਈ ਮੂਰਤੀ ਨਹੀਂ ਬਣਾਉਣੀ, ਸ਼ਬਦਾਂ ਰਾਹੀਂ ਮੂਰਤ ਘੜੀ ਜਾਣੀ ਹੈ। ਆਖੋ ਸਤਨਾਮ। ਐ ਗੁਰਸਿੱਖੋ ਸ਼ਬਦ ਗੁਰ ਪੀਰਾ ਗਹਿਰ ਗੰਭੀਰਾ, ਬਿਨ ਸ਼ਬਦੇ ਜਗ ਬੁਆ ਬੌਰਾ ਨਹੀਂ। ਸ਼ਬਦ ਹੀ ਮੈਨੂੰ ਜੀਵਨ ਵਿੱਚ ਘਟ ਬੈਠੇ ਰੱਬ ਦੇ ਦਰਸ਼ਨ ਕਰਾਉਂਦੇ ਨੇ। ਸੋ ਇਸ ਸ਼ਬਦ ਨੂੰ ਸੁਣਨਾ, ਇਹ ਬੰਦਿਆਂ ਦੇ ਸ਼ਬਦ ਨਹੀਂ ਹਨ, ਇਹ ਰੱਬ ਦੇ ਸ਼ਬਦ ਨੇ ਜੋ ਬੰਦਿਆਂ ਵਿੱਚੋਂ ਆਏ। ਆਖੋ ਸਤਨਾਮ। ਸਭੈ ਘਟ ਰਾਮ ਬੋਲੇ, ਰਾਮਾ ਬੋਲੇ, ਰਾਮ ਬਿਨਾ ਕੋ ਬੋਲੇ ਰੇ। ਭਗਤਾਂ ਤੇ ਸੰਸਾਰੀਆਂ ਜੋੜ ਕਦੇ ਨਾ ਆਇਆ। ਕਹਿੰਦੇ ਭਾਈ ਅਸੀਂ ਸੰਸਾਰੀ ਗੱਲਾਂ ਸਿੱਖ ਕੇ ਉਹ ਸ਼ਬਦ ਅਸੀਂ ਮਹਾਰਾਜ ਦੀ ਬਾਣੀ ਦੇ ਨਾਲ ਯਾਨੀ ਅਰਥਾਂ ਦੇ ਨਾਲ ਜੋੜ ਲੈਂਦੇ ਹਾਂ। ਪਰ ਜਿਸ ਵੇਲੇ ਸ਼ਬਦਾਂ ਦੇ ਅਰਥ ਕਰਾਂਗੇ ਤੇ ਫਿਰ ਆਪਣੇ ਸ਼ਬਦ ਮਰ ਜਾਂਦੇ ਨੇ। ਆਖੋ ਸਤਨਾਮ। ਖਤਮ ਹੁੰਦੇ ਨੇ। ਸ਼ਬਦ ਮਰੋ ਫਿਰ ਜੀਵੋ ਸਦ ਹੀ, ਤਾਂ ਫਿਰ ਮਰਨ ਨਾ ਹੋਈ। ਸ਼ਬਦ ਮਰੇ ਸੋ ਮਰ ਰਹੇ, ਫਿਰ ਮਰੇ ਨਾ ਦੂਜੀ ਵਾਰ। ਸ਼ਬਦੇ ਹੀ ਤੇ ਪਾਈਏ ਹਰ ਨਾਮੈ ਲੱਗੈ ਪਿਆਰ, ਬਿਨ ਸ਼ਬਦੇ ਜਗ ਭੁੱਲਾ ਫਿਰੇ ਮਰ ਜਨਮੈ ਵਾਰੋ ਵਾਰ। ਇਸ ਸ਼ਬਦ ਨੂੰ ਸੁਣਨਾ, ਆਪਣੇ ਸ਼ਬਦ ਨੂੰ ਮਾਰਨਾ, ਆਪਣਾ ਸ਼ਬਦ ਜਿਹੜਾ ਬਕਵਾਸ ਕਰਦਾ ਨਾ ਮਨ, ਉਸ ਸ਼ਬਦ ਨੂੰ ਖਤਮ ਕਰਨਾ ਭਾਈ। ਆਖੋ ਸਤਨਾਮ। ਕਿ ਮੇਰੇ ਮਨਾ ਤੂੰ ਕਿਉਂ ਫਾਲਤੂ ਬੋਲੀ ਜਾਣਾ। ਰੱਬ ਦੇ ਸ਼ਬਦ ਸੁਣ,
ਉਹ ਸਭ ਬਿਨਾਂ ਬੋਲਿਆ ਤੈਨੂੰ ਜਾਣਦਾ ਹੈ। ਬਿਨ ਬੋਲਿਆ ਸਭ ਕੁਛ ਜਾਣਦਾ, ਕਿਸ ਆਗੈ ਕੀਚੈ ਅਰਦਾਸ। ਤਾਂ ਮਨ ਟਿਕਦਾ, ਤਾਂ ਮਨ ਦੇ ਸ਼ਬਦ ਰੁਕਦੇ ਨੇ, ਨਹੀਂ ਤਾਂ ਸ਼ਬਦ ਬਹੁਤਾ ਬੋਲਣ ਝੱਖਣ ਹੋਏ। ਬਿਨ ਬੋਲੇ ਜਾਣੈ ਸਭ ਸੋਏ। ਉਹ ਮੇਰਾ ਮਨ ਵਿੱਚ ਬੈਠਾ ਜਿਹੜਾ ਰੱਬ ਹੈ, ਉਹ ਮੇਰੇ ਮਨ ਦੇ ਅੰਦਰ ਦੀ ਗਤ ਜਾਣਦਾ ਹੈ। ਉਹਨੂੰ ਮੈਂ ਅੰਤਰਜਾਮੀ ਕਹਿਣਾ। ਆਖੋ ਸਤਿਨਾਮ। ਉਹ ਮੇਰੇ ਅੰਤਰ ਦੀ ਜਾਮਤਾ ਰੱਖਦਾ ਹੈ, ਸਾਖੀ ਹੈ। ਉਹ ਮੇਰੇ ਬੋਲਣ ਤੋਂ ਪਹਿਲਾਂ ਉਹਨੂੰ ਪਤਾ ਹੈ ਮੈਂ ਕੀ ਬੋਲਣਾ, ਮੇਰੇ ਕਹਿਣ ਤੋਂ ਪਹਿਲਾਂ ਉਹ ਜਾਣਦਾ ਮੈਂ ਕੀ ਕਹਿ ਦੇਣਾ। ਸੋ ਮਹਾਰਾਜ ਕਹਿੰਦੇ ਭਾਈ ਅਸੀਂ ਆ ਕੇ ਗੁਰੂ ਜੀ ਨੂੰ ਉਹੀ ਸੁਣਾਉਣੇ ਆ ਆਪਦੇ ਮਨ ਦੀ, ਹੈ ਨਾ। ਮੇਰੀ ਸੁਣੋ ਮਹਾਰਾਜ। ਮਹਾਰਾਜ ਕਹਿੰਦੇ ਤੁਸੀਂ ਕਿਹਨੂੰ ਸੁਣਾਉਣੇ ਹੋ? ਜਿਹੜਾ ਸਭ ਜਾਣਦਾ ਹੈ। ਤੁਸੀਂ ਉਹਦੀ ਸੁਣੋ ਜਿਹੜੀ ਤੂੰ ਨਹੀਂ ਜਾਣਦਾ। ਆਖੋ ਸਤਿਨਾਮ। ਅਸੀਂ ਗੁਰੂ ਦੀ ਸੁਣਨੋਂ ਹਟ ਗਏ। ਸੋ ਜਦੋਂ ਬਾਣੀ ਪੜ੍ਹਦੇ ਹਾਂ, ਮਨ ਆਪਦੀ ਫਿਰ ਚੰਚਲਤਾ ਹੀ ਕਰਨ ਲੱਗ ਪੈਂਦਾ ਹੈ। ਇੱਕ ਓਂਕਾਰ ਸ਼ੁਰੂ ਹੁੰਦਾ ਹੈ, ਕੀਤੀ ਛੁੱਟੀ ਨਾਲ ਹਾਲੇ ਖਤਮ ਨਹੀਂ ਹੋਈ ਹੁੰਦੀ, ਮਨ ਦਹਿ ਦੇ ਖਾਨਿਆਂ ਨੂੰ ਛੂ ਕੇ ਆ ਜਾਂਦਾ ਹੈ। ਆਖੋ ਸਤਿਨਾਮ। ਐ ਗੁਰਸਿੱਖੋ, ਮਨ ਨੂੰ ਟਿਕਾਓ, ਮਨ ਦਾ ਸ਼ਬਦ ਮਰ ਜਾਏ। ਜੋ ਮੈਂ ਇਸ ਵੇਲੇ ਪੜ੍ਹ ਰਿਹਾ ਤੇਰੇ ਮੇਰਾ ਮਨ ਉਸ ਨੂੰ ਸਮਝ ਕੇ ਪੜ੍ਹੇ ਅਤੇ ਉੱਥੇ ਹਾਜ਼ਰ ਹੋਵੇ ਜੋ ਗੁਰੂ ਕਹਿ ਰਿਹਾ, ਨਹੀਂ ਤਾਂ ਮਨ ਭਟਕਦਾ ਹੀ ਰਹੇਗਾ। ਆਖੋ ਸਤਿਨਾਮ। ਨਹੀਂ ਟਿਕੇਗਾ। ਸੱਚੇ ਪਾਤਸ਼ਾਹ ਦਾ ਸ਼ਬਦ ਹੈ, ਕਹਿੰਦੇ ਇਹ ਜੀਵਨ ਦੀ ਅਵਸਥਾ, ਕਹਿੰਦੇ ਤਾਂ ਦਰਸ਼ਨ ਪਾਵਾਂਗੇ, ਤਾਂ ਜੀਵਨ ਦੀ ਅਵਸਥਾ ਕਹਿੰਦੇ ਲਾਲ ਰੰਗੀਲੀ ਹੀ ਰਹਿਣੀ ਹੈ, ਨਹੀਂ ਤਾਂ ਜੀਵਨ ਭਾਈ ਮਰਿਆ ਬਰਾਬਰ ਹੈ। ਸੱਚੇ ਪਾਤਸ਼ਾਹ ਅੱਗੇ ਕਹਿੰਦੇ ਹਨ, ਪ੍ਰਭ ਦਾਤਾ ਮੋਹਿ ਦੀਨ ਭਿਖਾਰੀ, ਤੁਮ ਸਦਾ ਸਦਾ ਉਪਕਾਰੇ। ਕਹਿੰਦੇ ਪਰਮੇਸ਼ਰ ਜੋ ਮੇਰੇ ਭੌਤਿਕ ਤੱਤ ਵਿੱਚ ਵਸਦਾ ਹੈ, ਉਹ ਰੱਬ ਦਾਤਾ ਹੈ। ਯਾਨੀ ਜਿਸ ਵੇਲੇ ਮੈਂ ਐਜ਼ ਏ ਫਾਦਰ, ਐਜ਼ ਏ ਮਦਰ, ਮੈਂ ਕਿਸੇ ਬੱਚੇ ਨੂੰ ਕੋਈ ਵੀ ਚੀਜ਼ ਦੇਵਾਂ, I should never state that I'm giving it, I have given it to you. Never do that mistake. It's the biggest blunder on this earth. ਜਦੋਂ ਤੁਸੀਂ ਕਿਸੇ ਬੱਚੇ ਨੂੰ ਕੋਈ ਚੀਜ਼ ਦੇਵੋ, ਮੇਕ them feel ਕਿ ਬੇਟਾ ਮੈਂ ਨਹੀਂ ਦਿੱਤਾ, ਰੱਬ ਨੇ ਦਵਾਇਆ ਤਾਂ ਮੈਂ ਤੈਨੂੰ ਦੇ ਪਾਇਆ। ਆਖੋ ਸਤਿਨਾਮ। The child should see God coming through you। ਧਿਆਨ ਰੱਖਣਾ, ਜਦੋਂ ਕੋਈ ਵੀ ਚੀਜ਼ ਤੁਸੀਂ ਦੇਵੋ, ਨਹੀਂ ਤਾਂ ਬੱਚਾ ਜਿਸ ਵੇਲੇ ਤੁਸੀਂ ਸਰੀਰ ਛੱਡੋਗੇ ਉਹ ਰੋਂਦਾ ਰੋਂਦਾ ਮਰ ਜਾਣਾ ਹੈ। ਧਿਆਨ ਰੱਖਣਾ, ਉਹਨੂੰ ਐਂ ਲੱਗੇ ਕਿ ਰੱਬ ਹੀ ਮਾਂ ਵਿੱਚੋਂ ਦਿੰਦਾ ਸੀ ਅਤੇ ਹੁਣ ਮਾਂ ਰੱਬ ਦੇ ਵਿੱਚ ਸਮਾ ਗਈ, ਅਤੇ ਹੁਣ ਰੱਬ ਮੇਰੇ ਨਾਲ ਜਿਹੜਾ ਵਸਦਾ ਸੀ ਉਸ ਨਾਲ ਜੋੜ ਗਈ, ਅਤੇ ਉਹੀ ਰੱਬ ਦੇਊਗਾ ਜਿਹੜਾ ਰੱਬ ਮਾਤਾ ਦੇ ਵਿੱਚੋਂ ਦਿੰਦਾ ਸੀ। ਆਖੋ ਸਤਿਨਾਮ। ਕਹਿੰਦੇ ਭਾਈ ਮਾਤ ਪਿਤਾ ਸਾਕ ਅਗਲੇ, ਤਿਸ ਬਿਨਾ ਨਹੀਂ ਕੋਈ, ਰੱਬ ਤੋਂ ਬਿਨਾ ਕੋਈ ਦੂਜੇ ਨਹੀਂ ਹਨ। The parent should be very careful, because the children which they have given birth, they feel it, it's been given the birth by the God himself। ਧਿਆਨ ਰੱਖਣਾ, ਜਦੋਂ ਤੁਸੀਂ ਬੱਚੇ ਨੂੰ ਕੁਛ ਦੇਵੋ, it's the God who's giving through you। ਧਿਆਨ ਰੱਖਣਾ, don't state that you are giving it to your children। ਨਹੀਂ ਕਹਿਣਾ, ਨਹੀਂ ਤਾਂ ਅਸੀਂ ਆਪ ਵੀ ਭਟਕਾਂਗੇ, ਬੱਚਿਆਂ ਨੂੰ ਹੀ ਭਟਕਾ ਦਿਆਂਗੇ। ਆਖੋ ਸਤਿਨਾਮ। ਕਹਿੰਦੇ ਭਾਈ ਐਸੀ ਅਵਸਥਾ ਸੱਚੇ ਪਾਤਸ਼ਾਹ ਕਹਿੰਦੇ, ਪ੍ਰਭ ਦਾਤਾ ਮੋਹਿ ਦੀਨ ਭਿਖਾਰੀ। ਮੈਂ ਤਾਂ ਤੇਰਾ ਦੀਨ ਗਰੀਬ ਹਾਂ, ਭਿਖਾਰੀ ਹਾਂ, ਜਗਤ ਭਿਖਾਰੀ ਫਿਰਤ ਹੈ, ਸਭ ਕੋ ਦਾਤਾ ਰਾਮ। ਸੋ ਸੱਚੇ ਪਾਤਸ਼ਾਹ ਕਹਿੰਦੇ ਤੁਮ ਸਦਾ ਸਦਾ ਉਪਕਾਰੇ। ਐ ਮੇਰੇ ਮਾਲਕ ਤੂੰ ਸਭ ਦਾ ਉਪਕਾਰ ਕਰਦਾ ਹੈ ਨਾ। ਤੂੰ ਆਪਣਾ ਵੀ ਕਰਦਾ, ਤੂੰ ਦੂਜੇ ਦਾ ਵੀ ਪਰਉਪਕਾਰ ਵੀ ਕਰਦਾ। ਉਪਕਾਰ ਕਰਨ ਵਾਲਾ ਤੂੰ ਆਪ ਹੈ। ਕਹਿੰਦੇ ਸੋ ਕਿਛ ਨਾਹੀ ਜੇ ਮੈਂ ਤੇ ਹੋਵੈ, ਮੇਰੇ ਠਾਕੁਰ ਅਗਮ ਅਪਾਰੇ। ਕੋਈ ਵੀ ਜੀਵਨ ਦੀ ਗਤੀ ਮੇਰੇ ਤੋਂ ਕੀਤੀ ਨਹੀਂ ਹੋ ਸਕਦੀ। ਮਹਾਰਾਜ ਕਹਿੰਦੇ ਭਾਈ ਮਤ ਕੋਈ ਜਾਣੈ ਕਿਸੀ ਕੇ ਕਿਛ ਹਾਥ ਹੈ, ਸਭ ਕਿਛ ਕਰੇ ਕਰਾਇਆ। ਧਿਆਨ ਰੱਖਣਾ, ਤੂੰ ਹਰ ਤੇਰਾ ਸਭ ਕੋ ਸਭ ਤੁਧ ਉਪਾਏ ਰਾਮ ਰਾਜੇ, ਕਿਛ ਹਾਥ ਕਿਸੈ ਦੈ ਕਿਛ ਨਹੀਂ, ਸਭ ਚਲੇ ਚਲਾਏ। ਯਾਨੀ ਮੇਰੇ ਹੱਥ ਵਿੱਚ ਬੱਚੇ ਨੂੰ ਦੁੱਧ ਪਿਆਉਣਾ ਵੀ ਨਹੀਂ ਹੈ, ਰੋਟੀ ਖਵਾਉਣੀ ਵੀ ਨਹੀਂ ਹੈ ਜੇ ਰੱਬ ਨਾ ਦੇਵੇ। ਧਿਆਨ ਰੱਖਣਾ, ਮੈਂ ਬੱਚੇ ਨੂੰ ਪਾਲ ਨਹੀਂ ਸਕਦਾ ਜੇ ਉਹਦੇ ਸਵਾਸ ਨਾ ਰਹਿਣ। ਧਿਆਨ ਰੱਖਣਾ, ਉਹ ਸਭ ਕੁਛ ਰੱਬ ਦੇ ਹੱਥ ਹੈ। ਜੇ ਮੇਰਾ ਹੱਥ ਉੱਠਦਾ ਤੇ ਰੱਬ ਉਠਾਉਂਦਾ, ਜੇ ਮੈਂ ਸਵਾਸ ਲੈਣਾ ਤੇ ਉਹ ਦਿੰਦਾ, ਜੇ ਮੈਂ ਬੋਲਦਾ ਤੇ ਉਹ ਬੁਲਾਉਂਦਾ, ਜੇ ਮੈਂ ਕਰਦਾ ਤਾਂ ਉਹ ਕਰਾਉਂਦਾ।
ਉਹਦਾ ਕੀਤਾ ਹੁੰਦਾ, ਬੰਦੇ ਦਾ ਕੀਤਾ ਨਹੀਂ ਹੁੰਦਾ। ਭਾਈ ਆਖੋ ਸਤਿਨਾਮ। ਸੱਚੇ ਪਾਤਸ਼ਾਹ ਕਹਿੰਦੇ ਨੇ ਭਾਈ ਸੋ ਕਿਛ ਨਾਹੀ ਜੇ ਮੈਂ ਤੇ ਹੋਵੈ। ਕਹਿੰਦੇ ਕੁਛ ਵੀ ਐਸਾ ਨਹੀਂ ਹੈ ਜੋ ਮੈਥੋਂ ਹੋ ਜੇ, ਮੈਂ ਕਰ ਸਕਾਂ। ਕਹਿੰਦੇ ਮੇਰੇ ਮਾਲਕ ਦਾ ਇਹ ਘਟ ਬੈਠੇ ਮਾਲਕ ਦੀ ਕਿਰਤ ਹੈ। ਮੇਰੇ ਠਾਕੁਰ ਅਗਮ ਅਪਾਰੇ। ਠਾਕੁਰ ਦਾ ਅਰਥ ਹੈ ਜੋ ਮੈਨੂੰ ਠਾਕਦਾ ਤੇ ਮੇਰੇ ਵਿੱਚੋਂ ਸਭ ਕੁਛ ਕਰਦਾ, ਉਹਨੂੰ ਠਾਕੁਰ ਕਹਿੰਦੇ ਆ। ਭਾਈ ਆਖੋ ਸਤਿਨਾਮ। ਜੋ ਮੈਨੂੰ ਪੈਦਾ ਕਰਦਾ ਹੈ ਤੇ ਫਿਰ ਮੇਰੇ ਵਿੱਚੋਂ ਸਭ ਕੁਛ ਕਰਦਾ, ਉਹਦਾ ਕੀਤਾ ਹੁੰਦਾ। ਧਿਆਨ ਰੱਖਣਾ। ਐਸੀ ਅਵਸਥਾ ਨੂੰ ਸੱਚੇ ਪਾਤਸ਼ਾਹ ਕਹਿੰਦੇ ਹਨ ਕਿਆ ਸੇਵ ਕਮਾਵੋ ਕਿਆ ਕਹਿ ਰੀਝਾਵੋ, ਬਿਦ ਕਿਤ ਪਾਵੋ ਦਰਸਾਰੇ। ਮੇਰੇ ਮਾਲਕ ਹੁਣ ਮੈਨੂੰ ਦੱਸ ਮੈਂ ਤੇਰੀ ਕੀ ਸੇਵ ਕਰ ਸਕਦਾ। ਸੇਵ ਦਾ ਅਰਥ ਸੁਣਿਓ, ਸੇਵਾ ਕਰਦਿਆਂ ਹੋਇਆਂ ਰੱਬ ਨੂੰ ਸੇਵਨਾ, ਯਾਨੀ ਕਿਰਤ ਕਰਦਿਆਂ ਹੋਏ ਉਹਦੀ ਕੀਰਤ ਗਾਉਣੀ। ਕਿਰਤ ਕਰਦਾ ਹੋਇਆ ਬੰਦਾ ਵਿਛੜ ਜਾਂਦਾ ਹੈ, ਕੀਰਤ ਗਾਉਂਦਿਆਂ ਹੀ ਮਿਲਦਾ ਹੈ। ਕੀਰਤ ਪ੍ਰਭ ਕੀ ਗਾਓ ਮੇਰੀ ਰਸਨਾ ਨੇ। ਤਾਂ ਕਹਿੰਦੇ ਕਿਰਤ ਕਰਮ ਕੇ ਵਿਛੜੇ ਕਰ ਕਿਰਪਾ ਮਿਲੋ ਰਾਮ। ਆਪਾਂ ਸੇਵਾ ਕਰਾਂਗੇ ਤੇ ਇਹ ਕਹਾਂਗੇ ਮੈਂ ਸੇਵਾ ਕੀਤੀ, ਤੇ ਸਮਝੋ ਸੇਵਨਾ ਨਹੀਂ ਹੋ ਪਾਈ, ਰੱਬ ਦੀ ਯਾਦ ਨਹੀਂ ਬਣ ਪਾਈ। ਕਰਕੇ ਮੈਂ ਆਪਣੇ ਆਪ ਨੂੰ ਜਨਾਹ ਪਾ ਗਿਆ, ਮੈਂ ਆਪਣੇ ਆਪ ਨੂੰ ਭੁੱਲ ਕੇ ਕਹਾ ਦਿੱਤਾ ਕਿ ਮੈਂ ਕੀਤਾ। ਕਹਿ ਨਹੀਂ ਪਾਇਆ ਮਾਲਕ ਇਹ ਤੈਂ ਕਰਾਇਆ ਸੀ, ਤੇਥੋਂ ਹੀ ਹੋਇਆ। ਆਖੋ ਸਤਿਨਾਮ। ਉਹਨੂੰ ਸੇਵਨਾ ਕਹਿੰਦੇ ਨੇ। ਕਹਿੰਦੇ ਮੈਂ ਕਿਵੇਂ ਤੇਰੀ ਸੇਵ ਕਮਾਵਾਂ, ਕਿਵੇਂ ਮੈਂ ਤੈਨੂੰ ਰੁਝਾਵਾਂ। ਜਦੋਂ ਬੰਦਾ ਰੱਬ ਦੇ ਕੀਤੇ ਨੂੰ ਆਪਣਾ ਕੀਤਾ ਕਹਿੰਦੇ ਨਾ ਜੀ, ਫਿਰ ਬੰਦਾ ਰੱਬ ਤੋਂ ਮਨਮੁਖ ਹੋ ਜਾਂਦਾ ਹੈ, ਬੇਮੁਖ ਹੋ ਜਾਂਦਾ ਹੈ। ਆਖੋ ਸਤਿਨਾਮ। ਕਹਿੰਦੇ ਫਿਰ ਰੱਬ ਨੂੰ ਰੁਝਾ ਨਹੀਂ ਪਾਇਆ, ਰੱਬ ਨੂੰ ਖੁਸ਼ ਨਹੀਂ ਕਰ ਪਾਏ। ਰੱਬ ਨੂੰ ਖੁਸ਼ ਤਾਂ ਕਰ ਪਾਵਾਂਗੇ ਜਦੋਂ ਰੱਬ ਦੇ ਕੀਤੇ ਨੂੰ ਰੱਬ ਦਾ ਕੀਤਾ ਸਾਡਾ ਮਨ ਕਰਕੇ ਕਹਿ ਪਾਏ। ਜਦੋਂ ਕੋਈ ਵੀ ਸੇਵਾ ਕਰਕੇ ਕਹਿ ਪਾਏ ਮੇਰੇ ਮਾਲਕ ਤੈਂ ਕਰਾਈ ਹੈ, ਤੇਰੀ ਬਖਸ਼ਿਸ਼ ਹੋਈ ਹੈ, ਤਾਂ ਸਮਝੋ ਉਹ ਸੇਵ ਕਮਾ ਰਿਹਾ ਹੈ। ਆਖੋ ਸਤਿਨਾਮ। ਕਹਿੰਦੇ ਜੀਵਨ ਵਿੱਚ ਕਿਤ ਪਿਤ ਪਾਵੋ ਵਿਦ ਕਿਤ ਪਾਵੋ ਦਰਸਾਰੇ। ਕਿਹੜੀ ਵਿਧੀ ਰਾਹੀਂ, ਕਿਹੜੀ ਕੈਸੀ ਅਵਸਥਾ ਰਾਹੀਂ ਮੈਂ ਤੇਰੇ ਦਰਸ਼ਨ ਪਾ ਸਕਾਂ। ਐਸੇ ਸ਼ਬਦਾਂ ਦੀ ਵਿਚਾਰ ਕਰਕੇ ਮਨ ਨੂੰ ਚਲਾਇਆ ਹੀ ਘਟ ਬੈਠੇ ਰੱਬ ਦਾ ਕੀਤੇ ਨੂੰ ਕੀਤਾ ਕਰਕੇ ਦਰਸ਼ਨ ਪਾਵਾਂਗੇ। ਨਹੀਂ ਤਾਂ ਆਪਣੇ ਆਪ ਨੂੰ ਦਰਸਾਉਂਦੇ ਹੀ ਰਹਿ ਜਾਵਾਂਗੇ। ਆਖੋ ਸਤਿਨਾਮ। ਜਣਾਉਂਦੇ ਹੀ ਰਹਿ ਜਾਵਾਂਗੇ। ਸੱਚੇ ਪਾਤਸ਼ਾਹ ਕਹਿੰਦੇ ਮਿਤ ਨਹੀਂ ਪਾਈਐ ਅੰਤ ਨਹੀਂ, ਅੰਤ ਨਾ ਲਈਐ ਮਨ ਤਰਸੈ ਚਰਨਾਰੇ। ਰੱਬ ਦੀ ਮਿਤ ਨਹੀਂ ਪਾ ਸਕਦੇ, ਯਾਨੀ ਕਿੱਡਾ ਵੱਡਾ ਹੈ ਕੋਈ ਨਹੀਂ ਜਾਣ ਸਕਦਾ, ਉਹਦਾ ਅੰਤ ਨਹੀਂ ਕੋਈ ਪਾ ਸਕਦਾ। ਕਹਿੰਦੇ ਅੰਤ ਕਾਰਨ ਕੀਤੇ ਬਿਲਾਹੇ ਤਾਂ ਕਿ ਅੰਤ ਨਾ ਪਾਏ ਜਾਏ। ਇਹੋ ਅੰਤ ਨਾ ਜਾਣੇ ਕੋਈ। ਨਾਨਕ ਪਾਤਸ਼ਾਹ ਕਹਿੰਦੇ ਮੈਂ ਵੀ ਨਹੀਂ ਪਾ ਪਾਉਂਦਾ ਤੇਰਾ ਅੰਤ। ਕਹਿੰਦੇ ਅਵਤਾਰ ਨਾ ਜਾਣੇ ਅੰਤ ਪਰਮੇਸ਼ਰ ਪਾਰ ਬ੍ਰਹਮ ਬੇਅੰਤ। ਨਾਨਕ ਸੱਚੇ ਪਾਤਸ਼ਾਹ ਆਪ ਕਹਿੰਦੇ ਨੇ ਤੇਰੇ ਗੁਣ ਗਾਵਾਂ ਦੇਹ ਬੁਝਾਈ ਜੈਸੇ ਸੱਚ ਮੈਂ ਰਹੋ ਰਜਾਈ। ਜੋ ਕਿਛ ਹੋਆ ਸਭ ਕੁਛ ਤੁਝ ਤੇ ਤੇਰੀ ਸਭ ਸੁਣਾਈ। ਤੇਰਾ ਅੰਤ ਨਾ ਜਾਣਾ ਮੇਰੇ ਸਾਹਿਬ ਮੈਂ ਅੰਧਲੇ ਕਿਆ ਚਤੁਰਾਈ। ਨਾਨਕ ਪਾਤਸ਼ਾਹ ਦਾ ਸ਼ਬਦ ਹੈ। ਆਖੋ ਸਤਿਨਾਮ। ਐ ਗੁਰਸਿੱਖੋ ਕੋਈ ਉਹਦਾ ਅੰਤ ਨਹੀਂ ਪਾ ਸਕਦਾ, ਤਾਂ ਹੀ ਉਹਨੂੰ ਬੇਅੰਤ ਕਹਿੰਦੇ ਨੇ। ਧਿਆਨ ਰੱਖ। ਜੀਵਨ ਵਿੱਚ ਕਹਿੰਦੇ ਮਿੱਤ ਨਹੀਂ ਪਾਈਏ ਅੰਤ ਨਾ ਲਈਏ ਮਨ ਤਰਸੈ ਚਰਨਾਰੇ। ਕਹਿੰਦੇ ਮਨ ਕਿਵੇਂ ਤਰਸੇ? ਸ਼ਬਦਾਂ ਦੇ ਨਾਲ ਕਹਿੰਦੇ ਭਾਈ ਕਮਾਉਣ ਨੂੰ ਤਰਸੇ। ਕਹਿੰਦੇ ਸ਼ਬਦ ਹੀ ਚਰਨ ਹਨ, ਸ਼ਬਦ ਮਾਲਕ ਦੇ ਹਿਰਦੇ ਚਰਨ ਸ਼ਬਦ ਸਤਿਗੁਰ ਕੋ ਨਾਨਕ ਬੰਧਿਓ ਪਾਲ। ਅਸੀਂ ਕਹਿੰਦੇ ਗੁਰੂ ਜੀ ਦੇ ਚਰਨੀ ਲੱਗੇ ਹਾਂ, ਉਹਦਾ ਅਰਥ ਹੈ ਗੁਰੂ ਜੀ ਦੇ ਸ਼ਬਦਾਂ ਨਾਲ ਜੁੜੇ ਹੋਏ ਹਾਂ। ਧਿਆਨ ਰੱਖ। ਅਸੀਂ ਕਹਿੰਦੇ ਮੇਰੇ ਗੁਰੂ ਜੀ ਦੇ ਚਰਨ ਹਿਰਦੇ 'ਚ ਵਸ ਗਏ ਜੀ, ਉਹਦਾ ਅਰਥ ਹੈ ਕਿ ਗੁਰੂ ਜੀ ਦੇ ਸ਼ਬਦ ਹਿਰਦੇ 'ਚ ਵਸ ਗਏ ਜੀ। ਆਖੋ ਸਤਿਨਾਮ। ਹਿਰਦੇ ਚਰਨ ਸ਼ਬਦ ਸਤਿਗੁਰ ਕੋ ਨਾਨਕ ਬੰਧਿਓ ਪਾਲ। ਸੋ ਸੱਚੇ ਪਾਤਸ਼ਾਹ ਕਹਿੰਦੇ ਹਨ ਪਾਵੋ ਦਾਨ ਢੀਠ ਹੋਏ ਮੰਗੋ ਮੁਖ ਲਾਗੈ ਸੰਤਰੇ ਨਾਰੇ। ਕਹਿੰਦੇ ਜੀਵਨ 'ਚ ਦਾਨ ਐਸਾ ਤਾਂ ਪਾਇਆ ਜਾਂਦਾ ਜਦੋਂ ਬੰਦਾ ਢੀਠ ਹੋ ਕੇ ਮੰਗੇ। ਢੀਠ ਹੋ ਕੇ ਮੰਗੇ ਦਾ ਅਰਥ ਸਮਝਦੇ ਹੋ? ਜਿਵੇਂ ਕੋਈ ਰਸਤੇ ਜਾਂਦਾ ਭਿਖਾਰੀ ਹੁੰਦਾ ਨਾ ਜੀ, ਭਿਖਾਰੀ ਕਹਿੰਦਾ ਮੈਨੂੰ ਦੇ ਦਿਓ ਜੀ, ਮੈਨੂੰ ਦੇ ਦਿਓ। ਅਸੀਂ ਕਹਿੰਦੇ ਨਹੀਂ ਤੂੰ ਜਾ ਪਰੇ ਹੋ। ਕਹਿੰਦਾ ਨਹੀਂ ਮਹਾਰਾਜ ਮੈਨੂੰ ਦੇ ਦਿਓ, ਮੈਨੂੰ ਦੇ ਦਿਓ। ਕਿਵੇਂ ਢੀਠ ਹੋ ਕੇ ਮੰਗਦਾ ਹੈ। ਫਿਰ ਮੰਨਾ ਬੰਦਾ ਕਹਿੰਦਾ ਚਲੋ ਦੇ ਹੀ ਦੇ ਦਿਓ, ਹੈ ਨਾ। ਕਹਿੰਦੇ ਆਏ ਰੱਬ ਤੋਂ ਕਹਿੰਦੇ ਪਿੱਛੇ ਨਹੀਂ ਹਟਣਾ,
ਮੰਗਦੇ ਰਹਿਣਾ, ਬਾਰ-ਬਾਰ ਮੰਗਣਾ। ਤਾਂ ਜੀਵਨ ਵਿੱਚ ਮਹਾਰਾਜ ਕਹਿੰਦੇ ਮੁਖ ਲਾਗੇ ਸੰਤਰੇ ਨਾਰੇ, ਕਹਿੰਦੇ ਫਿਰ ਇਸ ਮੁਖ ਦੇ ਉੱਤੇ ਕਹਿੰਦੇ ਚਰਨ ਸ਼ਬਦ ਰੱਬ ਦੇ ਜੁੜਦੇ ਨੇ। ਕਹਿੰਦੇ ਐਸੇ ਜਿਹੜੇ ਰੱਬ ਦੇ ਸ਼ਬਦ ਨਾਲ ਪਿਆਰ ਕਰਦੇ ਨੇ ਉਹਨੂੰ ਸੰਤ ਕਹਿੰਦੇ ਨੇ। ਆਖੋ ਸਤਨਾਮ। ਕਹਿੰਦੇ ਭਾਈ ਸੰਤ ਦੇ ਚਰਨ ਮੁਖਾਰ ਬਿੰਦ ਤੋਂ ਰੱਬ ਦੇ ਸ਼ਬਦ ਆਉਣੇ ਚਾਹੀਦੇ ਨੇ, ਤਾਂ ਜਾਣਿਓ ਘਟ ਬੈਠੇ ਰੱਬ ਦਾ ਪਿਆਰ ਵਸਿਆ। ਕਹਿੰਦੇ ਜਨ ਨਾਨਕ ਕਉ ਗੁਰ ਕਿਰਪਾ ਧਾਰੀ, ਪ੍ਰਭ ਹਾਥ ਦੇ ਨਿਸਤਾਰੇ। ਕਹਿੰਦੇ ਭਾਈ ਮੇਰੇ ਤੇ ਫਿਰ ਮਾਲਕ ਨੇ ਕਿਰਪਾ ਧਾਰੀ। ਕਿਵੇਂ? ਜਿਸ ਵੇਲੇ ਗੁਰ ਅੰਦਰ ਵਸਿਆ, ਗੁਰ ਨੂੰ ਸਿਹਾਰੀ ਲੱਗੀ ਹੈ ਨਾ। ਜਿਸ ਵੇਲੇ ਇਹ ਜੁਗਤ ਮੇਰੇ ਅੰਦਰ ਵਸੀ ਤੇ ਮੇਰੇ ਤੇ ਪ੍ਰਭ ਨੇ, ਪਰਮੇਸ਼ਰ ਨੂੰ ਵੀ ਪ੍ਰਭ ਨੂੰ ਸਿਹਾਰੀ ਲੱਗੀ ਹੋਈ ਹੈ। ਪਰਮੇਸ਼ਰ ਜੋ ਭੌਤਿਕ ਤੱਤ ਵਿੱਚ ਵਸਦੇ ਨੇ ਅੰਦਰ, ਉਹਨਾਂ ਨੇ ਆਪਣਾ ਹੱਥ ਦੇ ਕੇ ਮੈਨੂੰ ਨਿਸਤਾਰਾ ਦੇ ਦਿੱਤਾ। ਆਖੋ ਸਤਨਾਮ। ਮੇਰੀ ਪ੍ਰੋਟੈਕਸ਼ਨ ਕਰਤੀ, ਮੈਨੂੰ ਬਚਾ ਲਿਆ, ਆਪਣੇ ਨਾਲ ਰਲਾ ਲਿਆ। ਐਸੀ ਅਵਸਥਾ ਹਿਰਦੇ 'ਚ ਵਸਾ ਕੇ ਰੱਖਣੀ। ਗੁਰੂ ਮਹਾਰਾਜ ਕਿਰਪਾ ਕਰਨ, ਸ਼ਬਦਾਂ ਦੀ ਸੋਝੀ ਸਾਨੂੰ ਆਪ ਦਿਵਾਉਣ, ਬਾਣੀ ਅਨੁਸਾਰ ਜੀਵਨ ਦੀ ਅਵਸਥਾ ਸਭ ਦੀ ਬਣ ਆਵੇ। ਮਾਲਕ ਦੀ ਬਖਸ਼ਿਸ਼ ਰਾਹੀਂ ਸ਼ਬਦ ਨਾਲ ਜੁੜਦਿਆਂ ਹੀ ਹੁੰਦੀ ਹੈ। ਸੋ ਬਾਣੀ ਜੀ ਦੀ ਵਿਚਾਰ ਕਰਦਿਆਂ ਅਨੇਕਾਂ ਪ੍ਰਕਾਰ ਦੀਆਂ ਗਲਤੀਆਂ, ਬੇਅਦਬੀਆਂ, ਤਰੁੱਟੀਆਂ ਰਹਿ ਗਈਆਂ ਹਨ ਜੀ। ਅਣਜਾਣ ਬੱਚੇ ਸਮਝ ਕੇ ਮਾਫ਼ ਕਰਨਾ ਸੰਗਤ ਅਤੇ ਸਤਿਗੁਰੂ ਸੱਚੇ ਪਾਤਸ਼ਾਹ ਬਖਸ਼ਣ ਯੋਗ ਹਨ। ਫਤਿਹ ਦਾ ਬਾਜਾ ਫਤਿਹ ਵਿੱਚ ਦੇਣਾ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ